ਪੇਸ਼ ਹੈ ਸੁਖਪਾਲ ਸਿੰਘ ਥਿੰਦ ਦੀ ਕਹਾਣੀ ਫੁੱਲਾਂ ਦੀ ਫਸਲ। ਦਿੱਲੀ ਏਅਰਪੋਰਟ ਦੇ ਡਿਪਾਰਚਰ ਲੌਂਜ ਵਿੱਚ ਮਹਿਕਦੀਪ ਨੇ ਅਲਵਿਦਾ ਕਹਿਣ ਲਈ ਆਪਣਾ ਸੱਜਾ ਹੱਥ ਹਿਲਾਇਆ। ਤੇਜ਼ੀ ਨਾਲ ਘੁੰਮ ਰਹੇ ਹੱਥ ਤੋਂ ਇਉਂ ਜਾਪਿਆ ਜਿਵੇਂ ਉਸ ਨੂੰ ਅੰਦਰ ਤੁਰ ਜਾਣ ਦੀ ਬਹੁਤ ਕਾਹਲ ਹੋਵੇ। ਅਗਲੇ ਹੀ ਪਲ ਉਹ ਤੇਜ਼ੀ ਨਾਲ ਮੁੜਿਆ। ਕੁਝ ਪਲਾਂ ਲਈ ਉਸ ਦੀ ਪਿੱਠ ਦਿਸਦੀ ਰਹੀ, ਪਰ ਇਹ ਵੀ ਜਲਦੀ ਇੱਧਰ ਉੱਧਰ ਤੁਰੇ ਫਿਰਦੇ ਯਾਤਰੂਆਂ ਵਿੱਚ ਗੁਆਚ ਗਈ। ਹਾਲ ਦੇ ਬਾਹਰ ਖੜ੍ਹੇ ਜਰਨੈਲ ਅਤੇ ਜਸਮੀਤ ਦੇ ਹੱਥ ਹੇਠਾਂ ਨੂੰ ਇਉਂ ਢਿਲਕ ਗਏ ਜਿਵੇਂ ਕਿਸੇ ਦੈਂਤ ਨੇ ਇਹਨਾਂ ਦੀ ਸੱਤਿਆ ਸੂਤ ਲਈ ਹੋਵੇ। ਦੋਨਾਂ ਨੂੰ ਇਉਂ ਲੱਗਾ ਜਿਵੇਂ ਦਿਓ ਕੱਦ ਸ਼ੀਸ਼ਿਆਂ ਵਾਲਾ ਦੈਂਤ ਉਹਨਾਂ ਦੇ ਪੁੱਤ ਨੂੰ ਨਿਗਲ ਗਿਆ ਹੋਵੇ। ਮਨ ਢੈਲਾ ਨਾ ਕਰਨ ਵਾਲੇ ਕੀਤੇ ਪ੍ਰੋਮਿਸ ਦਾ ਪੱਕਾ ਬੰਨ ਪਲਾਂ ਛਿਣਾਂ ਵਿੱਚ ਹੀ ਖੁਰ ਖਿੰਡ ਗਿਆ। ਜਸਮੀਤ ਹੁਬਕੀ ਵਹਿ ਤੁਰੀ। ਜਰਨੈਲ ਨੂੰ ਆਪਣੇ ਅੰਦਰੋਂ ਵੀ ਕੁਝ ਪੰਘਰਦਾ ਜਾਪਿਆ। ਅਚਾਨਕ ਆਏ ਇਸ ਰੋਡ ਵਿੱਚ ਰੁੜਨ ਤੋਂ ਬਚਣ ਲਈ ਉਸ ਮੂੰਹ ਦੂਜੇ ਪਾਸੇ ਘੁਮਾ ਲਿਆ। ਚਾਰੇ ਅੱਖਾਂ ਫੇਰ ਸ਼ੀਸ਼ਿਆਂ ਅੰਦਰੋਂ ਕੁਝ ਤਲਾਸ਼ਣ ਲੱਗੀਆਂ, ਪਰ ਅੰਦਰ ਤਾਂ ਹੁਣ ਸਿਰਫ ਅਜਨਬੀ ਲੋਕਾਂ ਦੇ ਚਿਹਰੇ ਸਨ। ਜਸਮੀਤ ਨੇ ਹੌਂਕਾ ਲਿਆ, ਸਾਡਾ ਵੀ ਪੁੱਤ ਹੋ ਗਿਆ ਪਰਦੇਸੀ। ਹਾਏ ਓ ਰੱਬਾ, ਕਾਹਤੋਂ ਜਾਣ ਦਿੱਤਾ ਅਸੀਂ। ਜਰਨੈਲ ਨੇ ਜਸਮੀਤ ਦੇ ਮੋਢੇ ਨੂੰ ਪੋਲਾ ਜਿਹਾ ਸਹਿਲਾਇਆ। ਜਰਨੈਲ ਦੀ ਹਿੱਕ ਨਾਲ ਲੱਗਦਿਆਂ ਹੀ ਉਹ ਫੇਰ ਭੁੱਬੀ ਛੁੱਟ ਪਈ। ਜਰਨੈਲ ਨੂੰ ਸਾਰਾ ਆਲਾ ਦੁਆਲਾ ਧੁੰਦਲਾ ਹੋ ਗਿਆ ਜਾਪਿਆ। ਬੋਝਲ ਕਦਮਾਂ ਨਾਲ ਉਹ ਕਾਰ ਵਿੱਚ ਆਣ ਬੈਠੇ। ਡਰਾਈਵਰ ਨੇ ਐਕਸੀਲੇਟਰ ਨੱਪਿਆ ਤੇ ਗੱਡੀ ਜਲੰਧਰ ਵੱਲ ਫਰਾਟੇ ਕੱਢਣ ਲੱਗੀ। ਗੁੰਮ-ਸੁੰਮ ਅਤੇ ਅਫਸੋਸੀ ਜਿਹੀ ਬੈਠੀ ਜਸਮੀਤ ਨਾਲ ਜਰਨੈਲ ਨੂੰ ਅੱਖਾਂ ਮਿਲਾਉਣੀਆਂ ਔਖੀਆਂ ਹੋ ਗਈਆਂ। ਬਾਹਰ ਦੂਰ ਟਿਕਟਿਕੀ ਲਗਾਈ ਉਹ ਕੁਝ ਲੱਭਦੀ ਜਾਪੀ। ਕਾਰ ਅੰਦਰ ਡੂੰਘੀ ਖਾਮੋਸ਼ੀ ਤਣ ਗਈ। ਜਲਦ ਹੀ ਇਸ ਖਾਮੋਸ਼ੀ ਨੇ ਜਰਨੈਲ ਨੂੰ ਡਸਣਾ ਸ਼ੁਰੂ ਕਰ ਦਿੱਤਾ। ਇਹਨਾਂ ਡੰਗਾਂ ਤੋਂ ਬਚਣ ਲਈ ਉਸ ਠੰਡਾ ਜਿਹਾ ਸਾਹ ਲੈ ਕੇ ਜਸਮੀਤ ਨਾਲ ਗੱਲ ਤੋਰੀ। ਖੈਰ, ਇੱਕ ਗੱਲ ਵਧੀਆ ਹੋ ਗਈ, ਆਪਣਾ ਵੀ ਕੈਨੇਡਾ ਵਾਲਾ ਰਾਹ ਖੁੱਲ੍ਹ ਗਿਆ। ਜਦੋਂ ਜਾਵਾਂਗੇ ਵੇਖੀ ਜਾਊ। ਇੱਕ ਵਾਰ ਤਾਂ ਜਮਾਂ ਭੁੰਜੇ ਪਟਕਾ ਕੇ ਸੁੱਟ ਗਿਆ ਨਾ ਸਾਨੂੰ। ਜਸਮੀਤ ਨੇ ਮੁੜ ਹੌਂਕਾ ਜਿਹਾ ਭਰਿਆ। ਬਹੁਤੇ ਲੋਕਾਂ ਤੋਂ ਤਾਂ ਚੰਗੇ ਹੀ ਆ, ਬਾਹਰ ਜਾਣ ਲਈ ਮਰਦੇ ਫਿਰਦੇ ਵਿਚਾਰੇ। ਆਪਣਾ ਤਾਂ ਨਾ ਹਿੰਗ ਲੱਗਾ ਨਾ ਫਟਕੜੀ। ਜਰਨੈਲ ਨੇ ਧੀਰਜ ਧਰਾਉਣਾ ਚਾਹਿਆ। ਤੁਹਾਡਾ ਨਾ ਲੱਗਿਆ ਹੋਊ। ਮੇਰੀਆਂ ਤਾਂ ਆਂਦਰਾਂ ਧਰੂ ਕੇ ਲੈ ਗਿਆ। ਜਿਵੇਂ ਉਹ ਗਿਆ ਇਵੇਂ ਵੀ ਜਾਂਦਾ ਕੋਈ। ਜਸਮੀਤ ਨੇ ਜਰਨੈਲ ਦੀਆਂ ਅੱਖਾਂ ਵਿੱਚ ਛੇਕ ਕਰਨ ਵਾਲੀ ਤੱਕਣੀ ਨਾਲ ਤੱਕਿਆ। ਮਾਹੌਲ ਭਾਂਪ ਕੇ ਜਰਨੈਲ ਚੁੱਪ ਕਰ ਗਿਆ। ਕੁਝ ਦੇਰ ਬਾਅਦ ਜਸਮੀਤ ਆਪਣੇ ਆਪ ਨਾਲ ਗਿਲਾ ਕਰਨ ਵਾਲਿਆਂ ਵਾਂਗ ਸਿਰ ਮਾਰਦਿਆਂ ਬੋਲੀ, ਪੋਟਾ ਪੋਟਾ ਕਰਕੇ ਵੱਡਾ ਕੀਤਾ। ਕਿੰਨਾ ਚਾਅ। ਕਿਹੜਾ ਚਾਅ ਜਿਹੜਾ ਮੈਂ ਨਹੀਂ ਕੀਤਾ। ਐਡਾ ਵੱਡਾ ਫੈਸਲਾ ਤੇ ਇੰਨਾ ਓਲਾ, ਕਿਸੇ ਨੂੰ ਕੁਝ ਪੁੱਛਣ ਦੀ ਲੋੜ ਹੀ ਨਹੀਂ ਸਮਝੀ। ਜਿਸ ਖਾਮੋਸ਼ੀ ਨੂੰ ਤੋੜਨ ਲਈ ਜਰਨੈਲ ਨੇ ਗੱਲ ਆਰੰਭੀ ਸੀ, ਉਹ ਪਹਿਲਾਂ ਤੋਂ ਵੀ ਜ਼ਿਆਦਾ ਡੂੰਘੀ ਹੋ ਗਈ। ਜਸਮੀਤ ਨੇ ਸੀਟ ਦੀ ਬੈਕ ਨੂੰ ਪਿੱਛੇ ਵੱਲ ਧਕੇਲਿਆ ਤੇ ਸਰੀਰ ਨੂੰ ਢਿੱਲਿਆਂ ਛੱਡ ਕੇ ਲੇਟ ਗਈ। ਜਿਹਨੀ ਤੇ ਜਿਸਮਾਨੀ ਥਕਾਵਟ ਦੇ ਜ਼ੋਰ ਨਾਲ ਉਹ ਜਲਦੀ ਹੀ ਊਂਘਣ ਲੱਗ ਪਈ। ਦੂਜੇ ਪਾਸੇ ਨੀਂਦ ਜਰਨੈਲ ਤੋਂ ਕੋਹਾਂ ਦੂਰ ਸੀ। ਮਹਿਕਦੀਪ ਦੇ ਓਲੇ ਵਾਲੀ ਜਸਦੀਪ ਦੀ ਕਹੀ ਗੱਲ ਉਸ ਅੰਦਰ ਵਧਾਣ ਵਾਂਗ ਚੱਲਣ ਲੱਗੀ। ਵਧਾਣ ਕੁਝ ਮੱਠਾ ਹੋਇਆ ਤਾਂ ਉਹ ਮਹਿਕਦੀਪ ਨਾਲ ਆਪਣੇ ਰਿਸ਼ਤੇ ਨੂੰ ਅੰਦਰੋਂ ਹੀ ਅੰਦਰ ਤਲਾਸ਼ਣ ਲੱਗ ਪਿਆ। ਸੋਹਲ ਸੁਬਕ ਜਿਹਾ ਮਹਿਕਦੀਪ ਉਸਨੂੰ ਕਿੰਨਾ ਪਿਆਰ ਕਰਦਾ ਸੀ। ਠੀਕ ਹੈ, ਪੜ੍ਹਾਈ ਦੀਆਂ ਬਹੁਤੀਆਂ ਗੱਲਾਂ ਮੰਮੀ ਨਾਲ ਸਾਂਝੀਆਂ ਹੁੰਦੀਆਂ ਸਨ, ਪਰ ਬਾਹਰ ਦੇ ਕੰਮਾਂ ਤੇ ਖਾਸ ਕਰ ਬਰਥਡੇ ਮਨਾਉਣ ਵੇਲੇ ਤਾਂ ਉਸ ਦੁਆਲੇ ਹੀ ਗੇੜੇ ਕੱਢਦਾ ਹੁੰਦਾ ਸੀ। ਕਿੰਨਾ ਚਾਅ ਹੁੰਦਾ ਸੀ ਉਸ ਨੂੰ ਆਪਣੇ ਜਨਮ ਦਿਨ ਦਾ। ਚੀਜ਼ਾਂ ਦੀ ਲੰਮੀ ਲਿਸਟ ਉਸ ਦੇ ਹੱਥ ਫੜਾਉਂਦਾ। ਬਾਰ-ਬਾਰ ਤਕੀਦਾਂ ਕਰਨੋਂ ਨਾ ਹਟਦਾ। ਬਿਲਕੁਲ ਇਵੇਂ ਜਿਵੇਂ ਕਦੇ ਕਾਲਜ ਲਈ ਤੁਰਨ ਵੇਲੇ ਸ਼ਹਿਰ ਕਰਨ ਵਾਲੇ ਕੰਮਾਂ ਬਾਰੇ ਉਸ ਦਾ ਬਾਪ ਕਰਦਾ ਹੁੰਦਾ ਸੀ। ਉਸ ਦੇ ਮਨ ਦੀ ਕੋਰੀ ਸਲੇਟ 'ਤੇ ਦੋ ਅੱਖਰ ਹੀ ਤਾਂ ਸਭ ਤੋਂ ਗੂੜ੍ਹੇ ਉਕਰੇ ਸਨ, ਮੌਮ ਤੇ ਡੈਡ। ਮੰਮੀ ਡੈਡੀ ਨੂੰ ਮਹਿਕਦੀਪ ਤੋਂ ਵੀ ਪਹਿਲਾਂ ਉਸ ਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ।
ਵੈਸੇ ਵੀ ਉਸਨੇ ਕਦੇ ਕੋਈ ਗੱਲ ਉਹਨਾਂ ਤੋਂ ਛੁਪਾ ਕੇ ਨਹੀਂ ਰੱਖੀ। ਜਸਮੀਤ ਦੇ ਕਹਿਣ ਮੁਜਬ ਤਾਂ ਉਹ ਉਸ ਦਾ ਆਲਾ ਭੋਲਾ ਮਹਿਕ ਸੀ। ਉਹਨੇ ਤਾਂ ਉਹ ਗੱਲ ਵੀ ਨਹੀਂ ਸੀ ਛੁਪਾਈ ਜਿਸ ਨੂੰ ਉਸ ਦੀ ਉਮਰ ਦਾ ਬੱਚਾ ਅਕਸਰ ਛੁਪਾ ਲਿਆ ਕਰਦਾ। 6th ਸਟੈਂਡਰਡ ਵਿੱਚ ਪੜ੍ਹਦਿਆਂ ਉਹ ਉਸ ਦਿਨ ਕਿੰਨਾ ਡਿਸਟਰਬ ਹੋ ਕੇ ਸਕੂਲੋਂ ਆਇਆ ਸੀ। ਆਪਣੀ ਮੰਮੀ ਨੂੰ ਵੀ ਲੰਮਾ ਸਮਾਂ ਬੁਝਾਰਤਾਂ ਜਿਹੀਆਂ ਪਾਉਂਦਾ ਰਿਹਾ। ਸ਼ਾਮੀ ਜਰਨੈਲ ਘਰ ਆਇਆ ਤਾਂ ਜਾਪਿਆ ਜਿਵੇਂ ਉਹ ਉਸ ਨੂੰ ਹੀ ਉਡੀਕ ਰਿਹਾ ਹੋਵੇ। ਗੇਟ 'ਤੇ ਹੀ ਉਸ ਨੂੰ ਭੱਜ ਕੇ ਮਿਲਿਆ ਅਤੇ ਮਿਲਦਿਆਂ ਹੀ ਲੱਤਾਂ ਨੂੰ ਚਿੰਬੜ ਗਿਆ। ਲੌਬੀ ਵਿੱਚ ਬੈਠਦਿਆਂ ਹੀ ਉਸ ਨੂੰ ਕੱਸ ਕੇ ਜੱਫੀ ਪਾ ਲਈ ਅਤੇ ਰੋਣ ਲੱਗ ਪਿਆ। ਕੁਝ ਦੇਰ ਵਰਾਉਣ ਅਤੇ ਲਾਡ ਲਡਾਉਣ ਬਾਅਦ ਉਹ ਛਾਤੀ ਵਿੱਚ ਸਿਰ ਘੁਸਾ ਕੇ ਦੱਸਣ ਲੱਗ ਪਿਆ, मैं जब ब्रेक में बाथरूम गया ना, बड़े भैया ने ना मेरी पैंट पुल की। फिर वो सीधा खड़ा हो के अपनियां दोहां गल्लां ते उंगलां मार मार दस्सण लगा, उसने ना मेरी चीक्स पे काटा। गल सुनदियां ही जरनैल दे अंदर जिवें बारूद फट पिया होवे। अग दे गोले वांग एक गाल लॉबी दी छत पाड़ के बाहर निकली। मुठियां भीचियां गईयां। गुस्से ਵਿੱਚ ਹੀ ਪ੍ਰਿੰਸੀਪਲ ਦੀ ਉਸੇ ਵਕਤ ਫੋਨ 'ਤੇ ਖੁੰਬ ਠੱਪ ਦਿੱਤੀ। ਉਸ ਨੇ ਅੱਗਿਓਂ ਥੋੜ੍ਹੀ ਹਮਕੀ ਤੁਮਕੀ ਕਰਨ ਦਾ ਯਤਨ ਕੀਤਾ ਤਾਂ ਜਰਨੈਲ ਨੇ ਪੁਲਿਸ ਕੇਸ ਕਰਾਉਣ ਦੀ ਗੱਲ ਕਰ ਦਿੱਤੀ। ਇਲਾਕੇ ਵਿੱਚ ਲੱਗੇ ਆਪਣੇ ਜਮਾਤੀ DSP ਬਰਾੜ ਦਾ ਦਬਕਾ ਮਾਰਿਆ ਤਾਂ ਉਹ ਥਾਂ ਦੁਬਕ ਗਈ। ਰਾਤ ਪਤਾ ਨਹੀਂ ਕਿਵੇਂ ਕੱਟੀ। ਸਵੇਰੇ ਸਕੂਲ ਖੁੱਲ੍ਹਦਿਆਂ ਹੀ ਪ੍ਰਿੰਸੀਪਲ ਦੇ ਕਮਰੇ 'ਚ ਮਜਮਾ ਲੱਗ ਗਿਆ। ਮੁੰਡੇ ਦੇ ਮਾਂ-ਬਾਪ ਵਾਰ-ਵਾਰ ਮੁਆਫੀਆਂ ਮੰਗੀ ਜਾ ਰਹੇ ਸਨ। ਜਰਨੈਲ ਇੱਕੋ ਗੱਲ 'ਤੇ ਅੜਿਆ ਰਿਹਾ ਕਿ ਉਹ ਮੁੰਡੇ ਨੂੰ ਸਾਰੇ ਸਕੂਲ ਸਾਹਮਣੇ ਥੱਪੜ ਮਾਰੇਗਾ। ਆਖਰ ਬਹੁਤ ਦੇਰ ਦੇ ਰਿੜਕੇ ਬਾਅਦ ਫੈਸਲਾ ਹੋਇਆ ਕਿ ਮੁੰਡੇ ਦਾ ਬਾਪ ਸਭ ਦੇ ਸਾਹਮਣੇ ਮੁੰਡੇ ਨੂੰ 5 ਥੱਪੜ ਜੜੇਗਾ। ਮੁੰਡੇ ਨੂੰ ਪੈਂਦੇ ਹਰ ਥੱਪੜ ਨਾਲ ਮਹਿਕਦੀਪ ਦੇ ਖਿਲ ਰਹੇ ਚਿਹਰੇ ਨੂੰ ਤੱਕ ਕੇ ਜਰਨੈਲ ਨੂੰ ਕੁਝ ਰਾਹਤ ਮਹਿਸੂਸ ਹੋਈ, ਪਰ ਫਿਰ ਵੀ ਉਸ ਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ। ਕਮਰੇ ਵਿੱਚੋਂ ਬਾਹਰ ਨਿਕਲ ਲੱਗਿਆਂ ਉਸਦੇ ਮੱਥੇ ਦੀ ਤਿਉੜੀ ਦੁਬਾਰਾ ਤਣ ਗਈ। ਮੁੰਡੇ ਦੇ ਬਾਪ ਨਾਲ ਫਸ ਫਸਾਈ ਵਿੱਚ ਬਸ 9 ਭਰ ਦਾ ਫਾਸਲਾ ਹੀ ਰਹਿ ਗਿਆ। ਛੱਡੋ ਪ੍ਰੋਫੈਸਰ ਸਾਹਿਬ, ਛੱਡੋ, ਥੁੱਕ ਦੋ ਹੁਣ ਗੁੱਸਾ ਦੀਆਂ ਆਵਾਜ਼ਾਂ ਵਾਲੇ ਸਟਾਫ ਵਿੱਚ ਘਿਰਿਆ ਉਹ ਮਹਿਕਦੀਪ ਨੂੰ ਉਸ ਦਿਨ ਆਪਣੇ ਨਾਲ ਹੀ ਸਕੂਲੋਂ ਵਾਪਸ ਲੈ ਆਇਆ। ਛੇਤੀ ਹੀ ਸਭ ਕੁਝ ਪਟੜੀ 'ਤੇ ਆ ਗਿਆ ਅਤੇ ਮਹਿਕਦੀਪ ਦੀ ਸਲੇਟ ਵਾਲਾ ਡੈਡ ਪਹਿਲਾਂ ਤੋਂ ਵੀ ਹੋਰ ਗੂੜਾ ਹੋ ਗਿਆ। ਪਰ 10th ਸਟੈਂਡਰਡ ਤੱਕ ਅੱਪੜਦਿਆਂ ਇਹ ਰੰਗ ਕਦ ਹਲਕੇ ਪੈਣੇ ਸ਼ੁਰੂ ਹੋ ਗਏ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ ਲੱਗਿਆ। ਹਰ ਪੀੜ੍ਹੀ ਵਿੱਚ ਸ਼ਾਇਦ ਇਵੇਂ ਹੀ ਹੁੰਦਾ ਹੋਵੇ। ਨਵੀਂ ਪੀੜ੍ਹੀ ਦੇ ਸੁਪਨਿਆਂ ਨੂੰ ਕੌਣ ਫੜ ਸਕਿਆ। ਜਰਨੈਲ ਨਾਲ ਵੀ ਤਾਂ ਇਹ ਸਭ ਕੁਝ ਇਵੇਂ ਹੀ ਵਾਪਰਿਆ ਸੀ। ਉਸ ਦੇ ਮਾਂ-ਬਾਪ ਨੂੰ ਕਿਹੜਾ ਉਸ ਦੇ ਬਦਲਦੇ ਰੰਗਾਂ ਦਾ ਪਤਾ ਲੱਗਾ ਸੀ। 10ਵੀਂ ਦੇ ਪੇਪਰ ਦਿੰਦਿਆਂ ਹੀ ਉਸ ਅੰਦਰ ਕਿੰਨੇ ਨਵੇਂ ਰੰਗ ਚੜ੍ਹਨੇ ਸ਼ੁਰੂ ਹੋ ਗਏ ਸਨ। ਕਈ ਵਾਰ ਤਾਂ ਇਹ ਸਭ ਕੁਝ ਉਸ ਨੂੰ ਅੰਦਰੋਂ ਢੁੱਡਾ ਮਾਰਦੇ ਜਾਪਦੇ। ਉਸ ਦਾ ਮਨ ਉੱਡੂ ਕਰਦਾ। ਕਿਤੇ ਦੂਰ ਤੋਂ ਉਸ ਨੂੰ ਆਪਣੇ ਸੁਪਨਿਆਂ ਦੇ ਕਸਤੂਰੀ ਦੀ ਮਹਿਕ ਆਉਂਦੀ ਦਿਸਦੀ। ਇਹ ਮਹਿਕ ਹੌਲੀ-ਹੌਲੀ ਉਸ ਦੇ ਪਿੰਡ ਦੀ ਵਲਗਣ ਟੱਪ ਆਈ। ਛੋਟਾ ਜਿਹਾ ਪਿੰਡ ਉਸ ਨੂੰ ਹੋਰ ਵੀ ਛੋਟਾ ਜਾਪਣ ਲੱਗਾ, ਐਵੇਂ ਜਿਵੇਂ ਸਭ ਹਨੇਰੇ ਵਿੱਚ ਗਰਕਿਆ ਹੋਵੇ। ਦੂਰਦਰਸ਼ਨ 'ਤੇ ਪਿੰਡਾਂ ਦੀਆਂ ਸਿਫਤਾਂ ਵਾਲੇ ਗੀਤ ਸੁਣ ਕਦੇ-ਕਦੇ ਉਸ ਦੀ ਛਾਤੀ ਮਾਣ ਨਾਲ ਜ਼ਰੂਰ ਫੁੱਲਦੀ, ਪਰ ਅਕਸਰ ਅਜਿਹਾ ਸੁਣ ਕੇ ਉਸ ਦਾ ਹਾਸਾ ਛੁੱਟ ਜਾਂਦਾ। ਛੋਟੇ ਘੁੰਘਰਾਲੇ ਵਾਲਾਂ ਵਾਲੀ ਇੱਕ ਐਂਕਰ ਨੇ ਕਿਸੇ ਗੀਤ ਤੋਂ ਪਹਿਲਾਂ ਇੱਕ ਦਿਨ ਜਦ ਸ਼ਹਿਰੀ ਸਟਾਈਲ ਵਿੱਚ ਪਿੰਡਾਂ ਵਿੱਚ ਰੱਬ ਜੀ ਵਸਦਾ ਕਿਹਾ ਸੀ ਤਾਂ ਘਰ ਵਿੱਚ ਖੂਬ ਹਾਸਾ ਪਿਆ। ਘਰ ਦੇ ਜੀ ਇਸ ਤੋਂ ਬਾਅਦ ਇੱਕ ਦੂਜੇ ਲਈ ਰੱਬ ਜੀ ਹੋ ਗਏ ਸਨ। ਬਾਪੂ ਜੀ ਕਈ ਵਾਰ ਮਾਤਾ ਜੀ ਨੂੰ ਛੇੜਦਾ, ਰੋਟੀ ਟੁੱਕ ਤਿਆਰ ਹੈ ਰੱਬ ਜੀ ਵਾਲੀ ਨੂੰ ਪੈ ਜੇ ਨਾ ਵੱਟਾਂ 'ਤੇ ਤੁਰਨਾ, ਅਕਲ ਟਿਕਾਣੇ ਆ ਜੇ। ਮਾਤਾ ਗੱਲ ਪਰਤਦੀ। ਬਾਪੂ ਮਾਤਾ ਦੀ ਨੋਕ ਝੋਕ ਜਰਨੈਲ ਅਤੇ ਵੱਡੀ ਰਣਜੀਤ ਲਈ ਮਨੋਰੰਜਨ ਮਸਾਲਾ ਬਣੀ ਰਹਿੰਦੀ। ਇੱਕ ਦਿਨ ਉਹਨਾਂ ਨੂੰ ਦੂਜੇ ਕਮਰੇ ਵਿੱਚ TV ਨਾਲ ਪਰਚੇ ਤੱਕ ਕੇ ਬਾਪੂ ਨੇ ਮਾਤਾ ਨੂੰ ਛੇੜਿਆ, ਇੱਕ ਗੱਲ ਹੈ, ਚੱਜ ਦੀਆਂ ਸਾਰੀਆਂ ਚੀਜ਼ਾਂ ਸ਼ਹਿਰ ਹੀ ਨੇ। ਬਾਪੂ ਨੇ ਮਸ਼ਕਰੀ ਨਾਲ ਮਾਂ ਦੀ ਖੱਬੀ ਗੱਲ 'ਤੇ ਠੋਲਾ ਜਿਹਾ ਮਾਰਿਆ। ਅਚਾਨਕ ਜਰਨੈਲ ਨੂੰ ਅੰਦਰ ਆਇਆ ਤੱਕ ਮਾਤਾ ਦਾ ਮੂੰਹ ਸੰਗ ਨਾਲ ਟਮਾਟਰੀ ਭਾਅ ਮਾਰਨ ਲੱਗ ਪਿਆ। ਫਟਾਫਟ ਉਸ ਨੂੰ ਕਲਾਵੇ 'ਚ ਲੈਂਦਿਆਂ ਬੋਲੀ, ਮੇਰਾ ਜੈਲਾ ਜਵਾਨ ਹੋ ਚੱਲਿਆ, ਇਹਨੂੰ ਆਪਾਂ ਕੋਈ ਸ਼ਹਿਰ ਨਹੀਂ ਲੱਭ ਕੇ ਦੇਣੀ ਹੈ।
ਮਾਂ ਨੇ ਜਰਨੈਲ ਨੂੰ ਇਉਂ ਕਾਫੀ ਦੇਰ ਬਾਅਦ ਕਲਾਵੇ ਵਿੱਚ ਲੈ ਕੇ ਹਿੱਕ ਨਾਲ ਲਾਇਆ ਸੀ। ਉਸ ਦੀਆਂ ਗੱਲਾਂ ਤੇ ਬੁੱਲ੍ਹਾਂ 'ਤੇ ਹਲਕੀ ਜਿਹੀ ਲੂਈ ਫੁੱਟ ਆਈ ਸੀ। ਉਸ ਨੂੰ ਮਾਂ ਦੇ ਕਲਾਵੇ ਵਿੱਚ ਸਿਮਟਣਾ ਅੱਜ ਕੁਝ ਚੰਗਾ ਜਿਹਾ ਨਹੀਂ ਲੱਗਾ। ਬਾਹਾਂ ਦੀ ਕੱਸ ਛਡਾਉਣ ਲਈ ਜ਼ੋਰ ਮਾਰਿਆ ਤੇ ਬਾਹਰ ਵੱਲ ਦੌੜ ਗਿਆ। ਹੁਣ ਸੱਚਮੁੱਚ ਹੀ ਉਹ ਇੱਥੋਂ ਦੌੜ ਜਾਣਾ ਚਾਹੁੰਦਾ ਸੀ। ਪਿੰਡ ਵਾਲੇ ਸਕੂਲੀ ਦੋਸਤਾਂ ਨਾਲ ਮੇਲ ਗੇਲ ਪਹਿਲਾਂ ਤੋਂ ਵੀ ਘਟ ਗਿਆ। ਸਰਫੇ ਦਾ ਪੁੱਤ ਹੋਣ ਕਰਕੇ ਮਾਤਾ ਨੇ ਵੀ ਉਸ ਨੂੰ ਕਦੇ ਹਿੱਕੋਂ ਬਹੁਤਾ ਦੂਰ ਨਹੀਂ ਸੀ ਕੀਤਾ। ਬਹੁਤ ਸੰਭਾਲ ਨਾਲ ਪਾਲਿਆ ਸੀ। ਘਰ ਵਿੱਚ ਉਂਝ ਵੀ ਲਹਿਰਾਂ ਬਹਿਰਾਂ ਸਨ। ਜਦੋਂ ਉਹਦੇ ਯਾਰਾਂ ਬੇਲੀਆਂ ਨੂੰ ਇੱਕ ਜੋੜੀ ਟੱਲੀ ਦੇ ਬੂਟ ਮੁਸ਼ਕਲ ਨਾਲ ਜੁੜਦੇ ਸਨ। ਉਸ ਕੋਲ ਸਕੂਲ ਜਾਣ ਲਈ ਖਾਕੀ ਤੇ ਚਿੱਟੀ ਟੱਲੀ ਦੇ ਬੂਟਾਂ ਤੋਂ ਇਲਾਵਾ ਬਾਹਰ ਜਾਣ ਲਈ ਬਾਟਾ ਮਾਰਕਾ ਬੂਟਾਂ ਦੀ ਲਿਸ਼ਕ ਦੀ ਜੋੜੀ ਵੱਖਰੀ ਹੁੰਦੀ। 20 ਕਿੱਲਿਆਂ ਦੇ ਇਕਲੌਤੇ ਵਾਰਸ ਵਾਲੇ ਜਾਂ ਦੂਈ ਟੂਣੇ ਨੇ ਛੋਟੀ ਜਿਹੀ ਟੱਬਰੀ ਦੇ ਸਮੁੱਚੇ ਸੰਸਾਰ ਨੂੰ ਨਸ਼ਿਆਇਆ ਹੋਇਆ ਸੀ। ਇਸੇ ਨਸ਼ੇ ਦੀ ਗੜੂੰਦ ਵਿੱਚ ਹੀ ਬਾਪੂ ਨੇ ਇੱਕ ਦਿਨ ਐਲਾਨ ਕਰ ਦਿੱਤਾ, ਜੈਲੇ ਦੀ ਅਗਲੀ ਪੜ੍ਹਾਈ ਜਲੰਧਰ ਦੇ ਕਿਸੇ ਚੰਗੇ ਕਾਲਜ 'ਚ ਕਰਾਉਣੀ ਹੈ। ਹੋਸਟਲ 'ਚ ਰਹੂ ਤੇ ਵੱਡਾ ਅਫਸਰ ਬਣੂ। ਇੱਥੇ ਪਿੰਡ ਕਾਹਦੀ ਜੂਨ ਹੈ? ਐਂ ਤਾਂ ਪੁੱਤ ਜਮਾਂ ਦੂਰ ਹੋ ਜੂ, ਘਰ 'ਚ ਤਾਂ ਅੱਗੇ ਹੀ ਰੌਣਕ ਹੈ ਨਹੀਂ, ਮਾਤਾ ਨੇ ਤੌਖਲਾ ਕੀਤਾ। ਜਵਾਨ ਪੁੱਤ ਸਾਰੀ ਉਮਰ ਹਿੱਕ ਨਾਲ ਜੋੜ ਕੇ ਥੋੜ੍ਹਾ ਰੱਖੋਣਾ। ਵੱਡਾ ਅਫਸਰ ਬਣਾਉਣਾ ਸ਼ਹਿਰ ਤਾਂ ਭੇਜਣਾ ਪਊ। ਕੁਝ ਦੇਰ ਬਾਅਦ ਫੇਰ ਉਸ ਆਪਣੀ ਗੱਲ ਦਾ ਆਪ ਹੀ ਹੁੰਗਾਰਾ ਭਰਿਆ। ਸ਼ਹਿਰ ਕਿਹੜਾ ਦੂਰ ਹੈ, ਹਫ਼ਤੇ ਬਾਅਦ ਆ ਜਾਇਆ ਕਰੂ, ਵਿੱਚ ਵਾਰ ਫੋਨ ਕਰ ਲਿਆ ਕਰੂ। ਬਾਪੂ ਦੇ ਨੁਕਤੇ ਨਾਲ ਮਾਤਾ ਖਾਮੋਸ਼ ਹੋ ਗਈ, ਪਰ ਉਸ ਦੀਆਂ ਅੱਖਾਂ ਵਿੱਚ ਛਲਕਦਾ ਸਮੁੰਦਰ ਕੁਝ ਹੋਰ ਕਹਿੰਦਾ ਜਾਪਿਆ। ਜਰਨੈਲ ਕੁਝ ਪਲਾਂ ਲਈ ਇਸ ਸਮੁੰਦਰ ਦੀਆਂ ਛੱਲਾਂ ਵਿੱਚ ਗੋਤੇ ਖਾਂਦਾ ਰਿਹਾ, ਪਰ ਉਹ ਇਸ ਦੇ ਦੂਜੇ ਕਿਨਾਰੇ ਪਹੁੰਚ ਕਦ ਹਵਾ ਨਾਲ ਮਖੌਲਾਂ ਕਰਨ ਲੱਗ ਪਿਆ, ਇਹ ਉਸ ਨੂੰ ਖੁਦ ਵੀ ਪਤਾ ਨਹੀਂ ਸੀ ਚੱਲਿਆ। ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਸੀ, ਉਹ ਆਪਣੇ ਲਟਬੌਰੇ ਸੁਪਨਿਆਂ ਦਾ ਪਿੱਛਾ ਕਰਦਿਆਂ ਅੱਗੇ ਹੀ ਅੱਗੇ ਤੁਰਿਆ ਜਾ ਰਿਹਾ ਸੀ ਤੇ ਪਿੰਡ ਕਿਤੇ ਬਹੁਤ ਦੂਰ ਛੁੱਟ ਗਿਆ। ਪਿੰਡ ਗਿਆ ਮਾਤਾ ਦੀ ਹਰ ਵਾਰ ਇੱਕੋ ਸ਼ਿਕਾਇਤ ਹੁੰਦੀ, ਪੁੱਤ ਮੰਨਿਆ ਪੜ੍ਹਾਈ ਦਾ ਜ਼ੋਰ ਹੈ, ਪਰ ਘੱਟੋ ਘੱਟ ਘਰ ਫੋਨ ਤਾਂ ਕਰ ਲਿਆ ਕਰ। ਆਹ ਨਖਸਮਾ ਤੇਰੇ ਕਰਕੇ ਤਾਂ ਲਵਾਇਆ। ਮੇਜ਼ 'ਤੇ ਪਏ ਨਵੇਂ ਫੋਨ ਸੈੱਟ ਵੱਲ ਇਸ਼ਾਰਾ ਕਰਦਿਆਂ ਮਾਤਾ ਅਕਸਰ ਗਿਲਾ ਕਰਦੀ। ਉਹ ਹੂੰ ਹਾਂ ਕਰ ਛੱਡਦਾ, ਪਰ ਕਾਲ ਜਾ ਕੇ ਉਸ ਨੂੰ ਪਿੰਡ ਜਮਾਂ ਵਿਸਰ ਜਾਂਦਾ। ਇੱਥੋਂ ਦਾ ਨਸ਼ਾ ਹੀ ਅਜਿਹਾ ਸੀ। ਕਿੰਨੀ ਮਸਤ ਜ਼ਿੰਦਗੀ ਸੀ ਇੱਥੇ, ਨਾਲੇ ਕੰਮ ਵੀ ਕੀ ਸੀ, ਸਿਰਫ ਪੜ੍ਹਨਾ ਤੇ ਸਾਥੀਆਂ ਨਾਲ ਢੋਲੇ ਦੀਆਂ ਲਾਉਣਾ। ਆਸ-ਪਾਸ ਫਿਰਦੀਆਂ ਕੁੜੀਆਂ ਕਿਸੇ ਸੁੰਦਰ ਫੁਲਵਾੜੀ ਦੇ ਫੁੱਲ ਜਾਪਦੀਆਂ। ਉਹ ਭੰਵਰੇ ਵਾਂਗ ਕਦੇ ਕਿਸੇ ਤੇ ਕਦੇ ਕਿਸੇ ਨੂੰ ਸੁੰਘਣ ਦੀ ਚਾਹਤ ਪਾਲਦਾ। ਉਸ ਦੀ ਇਹ ਚਾਹਤ BA ਤੱਕ ਤਾਂ ਅਧੂਰੀ ਰਹੀ, ਪਰ MA ਵਿੱਚ ਦਾਖਲਾ ਲੈਂਦੇ ਉਹਨੂੰ ਆਪਣੀ ਮੰਜ਼ਿਲ ਮਿਲ ਗਈ। ਜਮਾਤਣ ਰਜਨੀ ਝੱਟ ਉਸ ਦੀ ਜ਼ਿੰਦਗੀ ਦਾ ਸਵੇਰਾ ਸ਼ਾਮ ਬਣ ਗਈ। ਨੋਟਸਾਂ ਦੀ ਅਦਲਾ ਬਦਲੀ ਦੌਰਾਨ ਹੀ ਕਿਤੇ ਦਿਲ ਬਦਲ ਗਏ। ਵੈਸੇ ਉਹਨਾਂ ਦਾ ਪੜ੍ਹਾਈ ਵਿੱਚ ਪੂਰਾ ਮੁਕਾਬਲਾ ਚੱਲਦਾ। ਵਿਹਲੇ ਪੀਰੀਅਡ ਲਾਇਬ੍ਰੇਰੀ ਜਾ ਬੈਠਦੇ। ਲਾਇਬ੍ਰੇਰੀਅਨ ਨਾਲ ਖਾਸ ਲਗਾਓ ਦੀ ਇੱਕ ਗੁਪਤ ਵਜ੍ਹਾ ਹੋਰ ਵੀ ਸੀ। ਇਸ ਦੇ ਦੂਰ ਕੋਨੇ ਵਾਲੇ ਸ਼ੈਲਫਾਂ ਪਿੱਛੇ ਜਰਨੈਲ ਨੇ ਇੱਕ ਦਿਨ ਰਜਨੀ ਨੂੰ ਬਾਹਾਂ ਫੈਲਾ ਕੇ ਪੁਕਾਰਿਆ ਤਾਂ ਉਹ ਚੁੰਬਕ ਵਾਂਗ ਉਸ ਵੱਲ ਖਿੱਚੀ ਤੁਰੀ ਆਈ ਸੀ। ਅਲੱਗ ਹੋਏ ਤਾਂ ਦੋਨੋਂ ਪਸੀਨੇ ਨਾਲ ਗੁੜੁੱਚ ਤੇ ਚਿਹਰੇ ਭਖ ਕੇ ਲਾਲ ਹੋਏ ਪਏ ਸਨ। ਹੁਣ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਲਾਇਬ੍ਰੇਰੀ ਦਾ ਇਹ ਕੋਨਾ ਹੀ ਜਾਪਦਾ, ਪਰ ਇਹ ਕੋਨਾ ਅਚਾਨਕ ਜਰਨੈਲ ਦੇ ਦਿਲ ਵਾਂਗ ਸੁੰਨਾ ਅਤੇ ਉਦਾਸ ਹੋ ਗਿਆ। 10 ਦਿਨਾਂ ਤੋਂ ਰਜਨੀ ਦੀ ਸੂਰਤ ਨਹੀਂ ਸੀ ਦਿਖੀ। ਫਿਰ ਇੱਕ ਖਬਰ ਕਾਲਜ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ। ਰਜਨੀ ਦੇ ਵੱਡੇ ਭਰਾ ਨੂੰ ਦਿਨ ਦਿਹਾੜੇ ਸ਼ਰੇਆਮ ਚੁਗਿੱਟੀ ਪਿੰਡ ਦੇ ਚੌਂਕ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਹ ਉੱਡ ਕੇ ਰਜਨੀ ਦੇ ਪਿੰਡ ਪਹੁੰਚ ਜਾਣਾ ਚਾਹੁੰਦਾ ਸੀ, ਉਸ ਦੇ ਹਰ ਦੁੱਖ ਵਿੱਚ ਸ਼ਰੀਕ ਹੋਣਾ ਚਾਹੁੰਦਾ ਸੀ, ਪਰ ਅਜਿਹਾ ਕਰ ਨਾ ਸਕਿਆ। ਦਿਲ ਵਿੱਚ ਘੁੰਮਦੀਆਂ ਅਣਗਿਣਤ ਸੋਚਾਂ ਨੇ ਉਸ ਦੀਆਂ ਲੱਤਾਂ ਨੂੰ ਸੰਗਲ ਜੂੜ ਦਿੱਤਾ। ਰਜਨੀ ਨੂੰ ਅਚਾਨਕ ਕਾਲਜ ਵਿੱਚ ਤੱਕਿਆ ਤਾਂ ਨੱਠ ਕੇ ਉਹਨੂੰ ਜਾ ਮਿਲਿਆ। ਮਿਲਦਿਆਂ ਹੀ ਪੰਘਰ ਗਿਆ। ਬਹੁਤ ਮਾੜਾ ਹੋਇਆ ਰਜਨੀ। ਖਾਮੋਸ਼ ਬੁੱਤ ਬਣੀ ਰਜਨੀ ਨਾਲ ਉਸ ਗੱਲ ਤੋਰਨੀ ਚਾਹੀ। ਖਾੜਕੂਆਂ ਨੂੰ ਇਉਂ ਨਹੀਂ ਬੇਦੋਸ਼ੇ ਮਾਰਨੇ ਚਾਹੀਦੇ। ਇਹ ਅੱਤਵਾਦੀ ਤੈਨੂੰ ਖਾੜਕੂ ਦਿਸਦਾ? ਰਜਨੀ ਬੰਬ ਵਾਂਗ ਫਟੀ। ਜਰਨੈਲ ਨੂੰ ਜਾਪਿਆ ਜਿਵੇਂ ਚੱਲੇ ਬੰਬ ਦੀ ਅੱਗ ਉਸ ਦੀ ਪੱਗ ਅਤੇ ਦਾੜੀ ਨੂੰ ਵੀ ਲੂਹ ਗਈ ਹੋਵੇ। ਇਹ ਖਾੜਕੂ ਅਤੇ ਅੱਤਵਾਦ ਦੇ ਫਰਕ ਦੀ ਗੁੰਝਲ ਨੇ ਉਹਨਾਂ ਦੇ ਦਿਲਾਂ ਵਿੱਚ ਵੱਡੇ ਫਾਸਲੇ ਵਾਲੀ ਕੰਧ ਉਸਾਰ ਦਿੱਤੀ।
ਉਸ ਦਿਨ ਤੋਂ ਬਾਅਦ ਰਜਨੀ ਮੁੜ ਕਾਲਜ ਨਹੀਂ ਸੀ ਆਈ। ਉਹ ਉਸ ਦੀ ਜ਼ਿੰਦਗੀ ਵਿੱਚੋਂ ਇਉਂ ਨਿਕਲ ਤੁਰੇਗੀ, ਇਹਦਾ ਤਾਂ ਉਸਨੇ ਕਦੇ ਖ਼ਾਬ ਵਿੱਚ ਵੀ ਨਹੀਂ ਸੋਚਿਆ ਸੀ। ਉਹ ਤਾਂ ਮਨੋਮਨੀ ਉਸ ਨਾਲ ਭਵਿੱਖ ਦੇ ਰੰਗਲੇ ਰਾਹਾਂ 'ਤੇ ਤੁਰਿਆ ਹੋਇਆ ਸੀ। ਕੁਝ ਦਿਨਾਂ ਬਾਅਦ ਉੜਦੀ ਖਬਰ ਮਿਲੀ ਕਿ ਉਸ ਦਾ ਸਾਰਾ ਸ਼ਰੀਕਾ ਹੀ ਪਿੰਡ ਛੱਡ ਕੇ ਪਾਣੀਪਤ ਵੱਲ ਕਿਧਰੇ ਤੁਰ ਗਿਆ ਹੈ। ਹਿੰਦੂਆਂ ਦੀ ਹਿਜਰਤ ਵਾਲੀਆਂ ਅਖਬਾਰੀ ਸੁਰਖੀਆਂ ਨੇ ਦਿਨਾਂ ਵਿੱਚ ਹੀ ਕਾਲਜ ਦੀ ਖੁੱਲ੍ਹੀ ਡੁੱਲੀ ਫਿਜ਼ਾ ਵਿੱਚ ਅਜੀਬੋ-ਗਰੀਬ ਵਲਗਣਾ ਉਸਾਰ ਦਿੱਤੀਆਂ। ਇਹ ਵਲਗਣਾ ਵੈਸੇ ਇਕੱਲੇ ਕਾਲਜ ਵਿੱਚ ਹੀ ਕਾਹਨੂੰ, ਸਗੋਂ ਸਾਰੇ ਪੰਜਾਬ ਵਿੱਚ ਹੀ ਉਸਰ ਗਈਆਂ ਸਨ। ਸਮੁੱਚੀ ਜ਼ਿੰਦਗੀ ਹੀ ਜਿਵੇਂ ਖਲੋ ਗਈ ਹੋਵੇ। ਤੇਜ਼ ਬ੍ਰੇਕਾਂ ਲੱਗਣ ਨਾਲ ਕਾਰ ਅਚਾਨਕ ਖੜ੍ਹ ਗਈ। ਜਰਨੈਲ ਆਪਣੇ ਆਪ ਵਿੱਚ ਪਰਤਿਆ। ਹਰਿਆਣਵੀ ਪੁਲਿਸੀਏ ਨੇ ਕਾਰ ਦੇ ਬੋਨਟ 'ਤੇ ਡੰਡਾ ਮਾਰ ਕੇ ਗੱਡੀ ਸਾਈਡ ਵੱਲ ਸੜਕ ਵੱਲ ਘੁਮਾਉਣ ਦਾ ਹੁਕਮ ਦਿੱਤਾ। ਸਾਹਮਣੇ ਹਾਈਵੇ 'ਤੇ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ। ਕੁਝ ਹੱਥਾਂ ਵਿੱਚ ਜਾਟ ਅੰਦੋਲਨ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ, ਪਰ ਵੱਡੀ ਭੀੜ ਦੇ ਹੱਥਾਂ ਵਿੱਚ ਡਾਂਗਾਂ ਸੋਟੇ ਫੜੇ ਹੋਏ ਸਨ। ਖੌਫਨਾਕ ਜਿਹਾ ਦ੍ਰਿਸ਼ ਬਣਿਆ ਹੋਇਆ ਸੀ। ਸਾਰਾ ਮੰਜ਼ਰ ਵੇਖ ਜਰਨੈਲ ਨੇ ਹਵਾ ਵਿੱਚ ਸਿਰ ਮਾਰਿਆ। ਜੱਟ ਵੀ ਹੁਣ ਕੋਟੇ ਮੰਗਣ ਲੱਗ ਗਏ। ਅੰਕਲ ਜੀ, ਕੋਟੇ ਨਾ ਭਾਲਣ ਤਾਂ ਹੋਰ ਕੀ ਕਰਨ, ਮੇਰੇ ਵਾਂਗ ਇੰਜੀਨੀਅਰਿੰਗ ਕਰਕੇ ਟੈਕਸੀਆਂ ਚਲਾਉਣ। ਡਰਾਈਵਰ ਦਾ ਅਚਾਨਕ ਬੋਲਿਆ ਬੋਲ ਜਰਨੈਲ ਨੂੰ ਕਰੰਟ ਵਾਂਗ ਲੱਗਾ। ਨੀਂਦ 'ਚੋਂ ਜਾਗਣ ਵਾਂਗ ਅੱਛਾ ਦਾ ਸ਼ਬਦ ਹੀ ਉਸ ਦੇ ਮੂੰਹੋਂ ਨਿਕਲ ਸਕਿਆ। ਕਾਰ ਦੇ 3 ਪਿੰਡਾਂ ਥਾਣੀ ਘੁੰਮਾ ਕੇ ਮੁੜ ਹਾਈਵੇ 'ਤੇ ਆਣ ਚੜ੍ਹੀ। ਸਾਹਮਣੇ ਪਾਣੀਪਤ ਦਾ ਬੋਰਡ ਚਮਕਿਆ। ਬੋਰਡ ਦੇ ਚਮਕਣ ਨਾਲ ਹੀ ਜਰਨੈਲ ਨੂੰ ਆਪਣੇ ਅੰਦਰ ਖਲਬਲੀ ਜਿਹੀ ਮਹਿਸੂਸ ਹੋਈ। ਮੋਢੇ ਸੁੰਗੇੜ ਠੰਡਾ ਸਾਹ ਲੈਂਦਿਆਂ ਉਹ ਆਪਣੇ ਆਪ ਨਾਲ ਬੋਲਿਆ, ਮਜਬੂਰੀਆਂ ਮਾਰ ਲੈਂਦੀਆਂ ਬੰਦੇ ਨੂੰ, ਪਤਾ ਹੀ ਨਹੀਂ ਲੱਗਦਾ ਕਿੱਥੋਂ ਦੀ ਚੋਗ ਚਗਾ ਦਿੰਦੀਆਂ। ਆਪਣੇ ਅੰਦਰ ਗਹਿਰੇ ਉਤਰੇ ਜਰਨੈਲ ਦੀਆਂ ਸੋਚਾਂ ਦੀ ਸੂਈ ਤੇਜ਼ੀ ਨਾਲ ਟਿਕ ਟਿਕ ਕਰਨ ਲੱਗ ਪਈ। ਕਈ ਖਿਆਲ ਜੁੜਨ ਉੱਜੜਨ ਲੱਗ ਪਏ। ਹਰ ਕਿਸੇ ਨੂੰ ਕਿੱਥੇ ਖੁਸ਼ ਕਰ ਹੁੰਦਾ, ਬੰਦੇ ਦੀਆਂ 100 ਮਜਬੂਰੀਆਂ ਹੁੰਦੀਆਂ। ਇਸ ਉਲਝਣ ਵਿੱਚ ਪਿਆ ਹੀ ਉਸ ਦੀ ਸੋਚ ਦੀ ਡੋਰ ਅੱਗੇ ਤੋਂ ਅੱਗੇ ਤੁਰਦੀ ਆਪਣੇ ਬਾਪੂ ਜੀ ਨਾਲ ਆ ਜੁੜੀ ਸੀ। ਉਸ ਅੰਦਰੋਂ ਆਵਾਜ਼ ਆਈ ਕਿ ਉਹ ਕਿਹੜਾ ਆਪਣੇ ਬਾਪੂ ਨੂੰ ਖੁਸ਼ ਕਰ ਸਕਿਆ ਸੀ। MA ਵਿੱਚੋਂ ਲਈ ਯੂਨੀਵਰਸਿਟੀ ਪੋਜੀਸ਼ਨ ਉਸ ਨੂੰ ਕਿੰਨਾ ਕੁ ਖੁਸ਼ ਕਰ ਸਕੀ ਸੀ। ਉਹ ਤਾਂ ਸਗੋਂ ਪਹਿਲੇ ਦਿਨ ਹੀ ਉਸ ਦੇ MA ਪੰਜਾਬੀ ਵਿੱਚ ਦਾਖਲੇ ਦੇ ਵਿਰੁੱਧ ਸੀ। ਉਸ ਦੇ ਆਪਣੇ ਤਰਕ ਸਨ। ਆਖੇ ਜੀ MA ਹੀ ਕਰਨੀ ਹੈ ਤਾਂ ਘੱਟੋ ਘੱਟ ਅੰਗਰੇਜ਼ੀ ਦੀ ਤਾਂ ਕੀਤੀ ਜਾਵੇ। ਪਿੰਡ ਗਿਆ ਜਦੋਂ ਵੀ ਪੜ੍ਹਾਈ ਦੀ ਗੱਲ ਚੱਲਦੀ ਤਾਂ ਵੀ ਉਹ ਇਹੀ ਗੱਲ ਕਰਦਾ। ਹਰ ਵਾਰ ਸਾਰੀ ਗੱਲ ਘੁਮਾ ਫਿਰਾ ਕੇ ਇਸੇ ਨੁਕਤੇ ਵੱਲ ਮੋੜ ਲੈਂਦਾ। ਜੇਲੇ ਚੱਜ ਸਵਾਦ ਦਾ ਕਰ ਕੁਝ, ਕੋਈ ਅਫਸਰੀ ਵਾਲੀ ਪੜ੍ਹਾਈ ਕਰ, ਅਸੀਂ ਵੀ ਕਿਸੇ ਨੂੰ ਮਾਣ ਨਾਲ ਦੱਸੀਏ, ਕੋਈ ਸਾਡੀ ਵੀ ਪਾਉਂਦੀ ਆ ਕੇ ਬੈਠੇ। ਜਰਨੈਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਪੂ ਵਾਸਤੇ ਅਫਸਰ ਦਾ ਮਤਲਬ ਸਿਰਫ ਤੇ ਸਿਰਫ ਪੁਲਿਸ ਅਫਸਰ ਤੋਂ ਹੈ। ਪਰ ਇਹ ਅਫਸਰ ਤਾਂ ਉਸ ਨੂੰ ਕਦੇ ਵੀ ਜਚੇ ਨਹੀਂ ਸਨ। ਕਾਲਜ ਵਿਚਲੇ 2 ਮੁੰਡਿਆਂ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਉਪਰੰਤ ਤਾਂ ਉਸ ਨੂੰ ਇਸ ਵਿਭਾਗ ਨਾਲ ਇੱਕ ਤਰ੍ਹਾਂ ਨਫ਼ਰਤ ਹੀ ਹੋ ਗਈ ਸੀ। ਉੱਤੋਂ ਪੰਜਾਬੀ ਸਾਹਿਤ ਦੀ ਪੜ੍ਹਾਈ ਨੇ ਉਸ ਅੰਦਰ ਲੁਕੇ ਬੈਠੇ ਵਿਦਰੋਹੀ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਸੀ। ਉਸ ਨੂੰ ਤਾਂ ਹੁਣ ਕਦੇ ਆਪਣਾ ਬਾਪ ਵੀ ਕੋਈ ਰਜਵਾੜਾ ਪੁਰਸ਼ ਜਾਪਣ ਲੱਗ ਪੈਂਦਾ। ਪਰ ਕਿਉਂਕਿ ਸਭ ਖਰਚ ਪਾਣੀ ਇਸ ਰਜਵਾੜੇ ਪੁਰਸ਼ ਆਸਰੇ ਹੀ ਚੱਲਦਾ ਸੀ, ਇਸ ਲਈ ਚੁੱਪ ਰਹਿੰਦਾ। ਬਾਪੂ ਨੂੰ ਖੁਸ਼ ਕਰਨ ਲਈ ਉਹ 1-2 ਵਾਰ ਟੁੱਟੇ ਜਿਹੇ ਦਿਲ ਨਾਲ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਵੀ ਬੈਠਾ, ਪਰ ਇਹ ਸਭ ਦਿਖਾਵੇ ਲਈ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਅਸਲ ਮੰਜ਼ਿਲ ਤਾਂ ਸਾਹਿਤ ਦੇ ਪ੍ਰੋਫੈਸਰ ਬਣਨ ਦੀ ਹੈ। ਇਸ ਮੰਜ਼ਿਲ ਨੂੰ ਉਸ ਦਿਨ ਬੂਰ ਪਿਆ ਜਦ ਉਹ MPhil ਕਰਕੇ ਉਸੇ ਕਾਲਜ ਦੇ ਉਸੇ ਵਿਭਾਗ ਵਿੱਚ ਆਉਣ ਲੱਗਾ ਜਿਸ ਵਿੱਚ ਅਜੇ 2 ਸਾਲ ਪਹਿਲਾਂ ਉਹ ਖੁਦ ਪੜ੍ਹਦਾ ਰਿਹਾ ਸੀ। ਬਾਪੂ ਨੇ ਇਸ ਗੱਲ ਦੀ ਖੁਸ਼ੀ ਤਾਂ ਮਨਾਈ, ਪਰ ਬੁਝੇ ਜਿਹੇ ਦਿਲ ਨਾਲ। ਸ਼ਹਿਰ ਪਲਾਟ ਲੈ ਕੇ ਦੇਣ ਲਈ ਜਦ ਜ਼ੋਰ ਪਾਇਆ ਤਾਂ ਉਸ ਅੰਦਰਲਾ ਗੁੱਬ-ਗੁਬਾਹਟ ਬੁੱਲ੍ਹਾਂ 'ਤੇ ਆ ਗਿਆ। ਖੱਸੀ ਮਹਿਕਮੇ ਵਿੱਚ ਰਹਿ ਕੇ ਬੰਦਾ ਹੋਰ ਕਰ ਵੀ ਕੀ ਸਕਦਾ ਹੈ, ਵੇਖੀ ਜਾਈ ਸਾਰੀ ਉਮਰ ਸਾਡੇ ਹੱਥਾਂ ਵੱਲ। ਇਸ ਔਕੜ ਵਿੱਚ ਮਾਤਾ ਜਰਨੈਲ ਦੀ ਧਿਰ ਬਣੀ। ਸਾਰਾ ਕੁਛ ਇਹਦਾ ਹੀ ਹੈ, ਆਪਾਂ ਛਾਤੀ 'ਤੇ ਧਰ ਕੇ ਲੈ ਜਾਣਾ, ਕਰਦੇ ਉਵੇਂ ਜਿਵੇਂ ਮੁੰਡਾ ਕਹਿੰਦਾ। ਫੇਰ ਬਾਪੂ ਸੱਚੀ ਉਵੇਂ ਹੀ ਕਰੀ ਗਿਆ ਜਿਵੇਂ ਜਰਨੈਲ ਬਰਾਸਤਾ ਮਾਤਾ ਕਹੀ ਕਹਾਈ ਗਿਆ। ਪੰਜਾਬ ਦੇ ਵਿਗੜੇ ਹਾਲਾਤਾਂ ਵਿੱਚ ਦਨ ਦਨਾਉਂਦੇ ਆਤੰਕ ਦੇ ਦੈਂਤ ਨੇ ਪਹਿਲਾਂ ਹੀ ਪਿੰਡਾਂ ਦੇ ਮੂੰਹ ਸ਼ਹਿਰਾਂ ਵੱਲ ਮੋੜੇ ਹੋਏ ਸਨ। ਬਾਪੂ ਤਾਂ ਸ਼ਹਿਰ ਪਲਾਟ ਖਰੀਦਣ ਲਈ ਪਹਿਲਾਂ ਹੀ ਵਿਉਂਤ ਬਣਾਈ ਬੈਠਾ ਸੀ। ਹਾਲਾਤ ਦਾ ਕੁਝ ਜ਼ੋਰ ਹੀ ਅਜਿਹਾ ਸੀ
ਕਿ ਉਹ ਆਪਣਾ ਸੁਪਨਾ ਭੁੱਲ ਜਰਨੈਲ ਦੇ ਸੁਪਨੇ ਵਿੱਚ ਗੁਆਚ ਗਿਆ। ਇਹ ਸੁਪਨੇ ਦੇ ਤਾਣੇ ਪੇਟੇ ਬੁਣਦਿਆਂ ਹੀ ਜਸਮੀਤ ਜਰਨੈਲ ਦੇ ਪਤੰਗ ਦੀ ਡੋਰ ਬਣ ਗਈ। ਜਲੰਧਰ ਵਿੱਚ ਪਲੀ ਜਵਾਨ ਹੋਈ ਜਸਮੀਤ ਹੋਰਾਂ ਦਾ ਪਿੰਡ ਵੈਸੇ ਤਾਂ ਜਰਨੈਲ ਦੇ ਪਿੰਡ ਤੋਂ 10 ਮੀਲ ਦੇ ਫਾਸਲੇ 'ਤੇ ਸੀ, ਪਰ ਪਿਤਾ ਦੀ ਨੌਕਰੀ ਕਾਰਨ ਉਹ ਬਹੁਤ ਪਹਿਲਾਂ ਇੱਥੇ ਆਣ ਵਸੇ ਸਨ। ਜਸਮੀਤ ਦੀ ਫੱਬਵੀਂ ਦਿੱਖ ਅਤੇ ਬੈਂਕ ਵਿਚਲੀ ਪੱਕੀ ਨੌਕਰੀ ਨੇ ਬਹੁਤਾ ਕੁਝ ਸੋਚਣ ਦਾ ਮੌਕਾ ਹੀ ਨਹੀਂ ਸੀ ਛੱਡਿਆ। ਸਹਿਮੇ ਸਮਿਆਂ ਵਿੱਚ ਵੀ ਪੂਰੇ ਵਾਜੇ ਗਾਜੇ ਨਾਲ ਵਿਆਹ ਦਾ ਸਾਰਾ ਕਾਰਜ ਸੰਪੂਰਨ ਹੋਇਆ। ਵਿਆਹ ਤੋਂ 2 ਸਾਲ ਬਾਅਦ ਕੋਠੀ ਦਾ ਟੱਕ ਲਾਉਂਦਿਆਂ ਬਾਪੂ ਬੋਲਿਆ, ਲੈ ਵੀ ਪੁੱਤਰਾ, ਅੱਜ ਤੋਂ ਤੂੰ ਹੋ ਗਿਆ ਪੱਕਾ ਸ਼ਹਿਰੀਆ, ਗੱਡਤੀਆਂ ਤੇਰੀਆਂ ਜੜ੍ਹਾਂ ਇੱਥੇ। ਰੱਬ ਸੁੱਖ ਰੱਖੇ, ਜੈਲੇ ਦੀ ਵੇਲ 'ਤੇ ਵੀ ਚੂੰਆਂ ਫੁੱਟ ਪੈਣਾ ਇਸ ਵਾਰ, ਬਸ ਦਾਤੇ ਦੀ ਮਿਹਰ ਬਣੀ ਰਹੇ। ਜਸਮੀਤ ਦੀ ਹਰੀ ਭਰੀ ਕੁੱਖ ਵੱਲ ਵੇਂਦਿਆਂ ਮਾਤਾ ਦੇ ਦੋਨੋਂ ਹੱਥ ਸ਼ੁਕਰਾਨੇ ਨਾਲ ਆਪਣੇ ਆਪ ਜੁੜ ਗਏ। ਬਾਪੂ ਤੇ ਹੋਰ ਪ੍ਰਾਹੁਣਿਆਂ ਤੋਂ ਝੇਂਪਦਿਆਂ ਜਸਮੀਤ ਨੇ ਫਟਾਫਟ ਚੁੰਨੀ ਨਾਲ ਆਪਣੀ ਕੁੱਖ ਨੂੰ ਢੱਕਣ ਦਾ ਸਫਲ ਜਿਹਾ ਯਤਨ ਕੀਤਾ। ਮਾਤਾ ਦੀਆਂ ਅਰਦਾਸਾਂ ਅਨੁਸਾਰ ਰੱਬ ਦੀਆਂ ਸੁੱਖਾਂ ਦਾ ਮੀਂਹ ਲਗਾਤਾਰ ਪੈਂਦਾ ਰਿਹਾ। ਦੋਨਾਂ ਜੀਆਂ ਦੀ ਜਲੰਧਰ ਵਰਗੇ ਸ਼ਹਿਰ ਵਿੱਚ ਪੱਕੀ ਨੌਕਰੀ, ਹਬੀ ਨਬੀ ਵਿੱਚ ਪਹਾੜ ਵਰਗੀ ਧਿਰ ਬਣ ਜਾਣ ਵਾਲੇ ਮਾਪੇ। ਜਦ ਮਹਿਕਦੀਪ ਜੰਮਿਆ ਤਾਂ ਸਭ ਨੂੰ ਜਾਪਿਆ ਜਿਵੇਂ ਉਸ ਦੀ ਖੁਸ਼ਬੂ ਨਾਲ ਸਾਰਾ ਆਲਾ ਦੁਆਲਾ ਮਹਿਕ ਪਿਆ ਹੋਵੇ। ਕੋਠੀ ਦੀ ਚੱਠ ਤੇ ਮਹਿਕਦੀਪ ਦਾ ਪਹਿਲਾ ਜਨਮ ਦਿਨ ਇਕੱਠੇ ਹੀ ਆਏ। 4 ਚੁਫੇਰੇ ਖੁਸ਼ੀਆਂ ਦੀ ਸ਼ੈਬਰ ਲੱਥ ਪਈ। ਚੱਠ 'ਤੇ ਆਈ ਜਸਮੀਤ ਦੀ ਕੁਲੀਗ ਨੇ ਸ਼ੁਭ ਇਸ਼ਾਵਾਂ ਦਿੱਤੀਆਂ। ਮਾਈ ਗॉड, ਏਡੀ ਵੱਡੀ ਕੋਠੀ ਤਾਂ ਸਾਡੇ ਵਰਗਿਆਂ ਲਈ ਸੁਪਨਾ ਹੀ ਹੈ। ਯੂ ਆਰ ਵੈਰੀ ਲੱਕੀ ਜਸਮੀਤ, ਬਹੁਤ ਪਲਾਨ ਢੰਗ ਨਾਲ ਤੁਸੀਂ ਜ਼ਿੰਦਗੀ ਸ਼ੁਰੂ ਕੀਤੀ ਹੈ। ਇਹੋ ਜਿਹੇ ਕੰਪਲੀਮੈਂਟਸ ਦੀ ਮਿੱਠੀ ਮਿੱਠੀ ਫੁਹਾਰ ਨਾਲ ਖੁੱਲ੍ਹੀ ਡੁੱਲੀ ਕੋਠੀ ਦਾ ਆਲਾ ਦੁਆਲਾ ਹੋਰ ਵੀ ਚੌੜਾ ਚੌੜਾ ਤੇ ਹਰਿਆ ਭਰਿਆ ਜਾਪਣ ਲੱਗ ਪਿਆ। ਪਹਿਲ ਤਾਂ ਜਰਨੈਲ ਦਾ ਹਫ਼ਤੇ 10 ਦਿਨੀ ਪਿੰਡ ਪੱਕਾ ਚੱਕਰ ਵੱਜਦਾ ਰਿਹਾ, ਪਰ ਜਦ ਦੀ ਕੋਠੀ ਬਣੀ ਸੀ ਹੌਲੀ ਹੌਲੀ ਇਹ ਗੱਲ ਮਹੀਨੇ ਦੇ ਮਹੀਨੇ 'ਤੇ ਪੈਂਦੀ ਰਹੀ। ਪਿਛਲੇ ਕੁਝ ਸਮੇਂ ਤੋਂ ਤਾਂ ਇਹ ਚੱਕਰ ਜਮਾਂ ਉਸ ਸਮੇਂ ਹੀ ਵੱਜਣ ਲੱਗਾ ਜਦ ਘਰ ਵਿੱਚ ਕੋਈ ਵੱਡੀ ਚੀਜ਼ ਲਿਆਉਣ ਦੀ ਪਲੈਨਿੰਗ ਬਣ ਰਹੀ ਹੁੰਦੀ। ਮਾਰੂਤੀ ਤੇ ਜ਼ੈਨ ਕਾਰ ਵਿੱਚ ਸਵਾਰ ਹੋਣ ਵੇਲੇ ਵੀ ਕਈ ਚੱਕਰ ਵੱਜੇ ਸਨ। ਬਾਪੂ ਹੁਣ ਜਰਨੈਲ ਦੀ ਤੋਰ ਦੂਰ ਤੋਂ ਹੀ ਪਹਿਚਾਣ ਜਾਂਦਾ। ਜਰਨੈਲ ਨੂੰ ਮਾਤਾ ਨਾਲ ਲਾਡ ਲਡਾਉਂਦਿਆਂ ਵੇਖ ਕੇ ਮੂੰਹ 'ਤੇ ਕਹਿਣ ਤੋਂ ਵੀ ਗੁਰੇਜ਼ ਨਾ ਕਰਦਾ। ਇਹ ਸ਼ਹਿਰੀਏ ਬੜੇ ਮਤਲਬੀ ਹੁੰਦੇ ਨੇ, ਵੇਖੀ ਕਿਤੇ ਐਵੇਂ ਨਾ ਫਸ ਜੀ। ਗੱਲ ਮੁਕਾ ਉਹ ਉੱਚਾ ਹਾਸਾ ਹੱਸਦਾ, ਪਰ ਇਉਂ ਜਾਪਦਾ ਜਿਵੇਂ ਉਸ ਦੇ ਹਾਸੇ ਪਿੱਛੇ ਕੋਈ ਡੂੰਘੀ ਉਦਾਸੀ ਛਿਪੀ ਹੋਵੇ। ਬਾਪੂ ਮਾਤਾ ਹੁਣ ਸੱਚਮੁੱਚ ਹੀ ਪਿੰਡ ਉਦਾਸ ਤੇ ਇਕੱਲੇ ਮਹਿਸੂਸ ਕਰਨ ਲੱਗ ਪਏ। ਜ਼ਮੀਨ ਤਾਂ ਪਹਿਲਾਂ ਹੀ ਠੇਕੇ 'ਤੇ ਦਿੱਤੀ ਹੋਈ ਸੀ। ਰਣਜੀਤ ਆਪਣੇ ਘਰੇ ਸੁਖੀ ਵਸਦੀ ਸੀ। ਪਿੰਡ ਵਿਚਲਾ ਖੁੱਲ੍ਹਾ ਘਰ ਹੁਣ ਉਹਨਾਂ ਨੂੰ ਖਾਣ ਨੂੰ ਆਉਂਦਾ। ਉਹ ਅੱਗੇ ਦੀ ਸੋਚਣ ਲੱਗੇ। ਇਹੋ ਜਿਹੀਆਂ ਸੋਚਾਂ ਵਿੱਚ ਹੀ ਇੱਕ ਦਿਨ ਉਹ ਜਲੰਧਰ ਆਣ ਢੁੱਕੇ। ਬਾਪੂ ਨੇ ਸਭ ਨੂੰ ਸੁਣਾ ਕੇ ਗੱਲਾਂ ਵਿੱਚ ਹੀ ਆਪਣਾ ਤੀਰ ਸੇਧ ਦਿੱਤਾ। ਜੈਲੇ ਪੁੱਤ, ਕੋਠੀ ਤਾਂ ਸੁੱਖ ਨਾਲ ਸੋਹਣੀ ਬਣ ਗਈ, ਡਬਲ ਸਟੋਰੀ। ਹੁਣ ਇਉਂ ਦੱਸੋ ਵੀ ਸਾਡੇ ਬੁੱਢਿਆਂ ਲਈ ਕਿਹੜਾ ਕਮਰਾ ਰੱਖਿਆ ਵਾ? ਜਰਨੈਲ ਦਾ ਜਵਾਬ ਅਜੇ ਕਿਧਰੇ ਅੰਦਰੇ ਹੀ ਪਲਸੇਟੇ ਮਾਰ ਰਿਹਾ ਸੀ ਕਿ ਕਿਚਨ ਵਿੱਚ ਬ੍ਰੇਕਫਾਸਟ ਤਿਆਰ ਕਰਦੀ ਜਸਮੀਤ ਬੋਲੀ, ਪਿਤਾ ਜੀ ਸਾਰਾ ਘਰ ਹੀ ਤੁਹਾਡਾ ਹੈ, ਜਿੱਥੇ ਮਰਜ਼ੀ ਰਹੋ ਸੁੱਖ ਨਾਲ। ਜਸਮੀਤ ਦੇ ਜਵਾਬ ਨਾਲ ਦੋਨਾਂ ਦੇ ਸਿਰਾਂ 'ਤੇ ਚੜ੍ਹਿਆ ਮਣਾ ਮੂੰਹੀ ਭਾਰ ਪਲਕ ਝਪਕਦੇ ਛੂ ਮੰਤਰ ਹੋ ਗਿਆ। ਮਾਤਾ ਨੂੰ ਆਪਣੀ ਨੂੰਹ 'ਤੇ ਬਹੁਤ ਦੁਲਾਰ ਆਇਆ। ਉਸ ਨੇ ਉੱਠ ਕੇ ਬੜੇ ਹਮੇ ਨਾਲ ਉਸ ਦਾ ਮੱਥਾ ਪਲੋਸਿਆ। ਤੇਰਾ ਬਾਪੂ ਐਵੇਂ ਸ਼ਹਿਰੀਏ ਕਰਦਾ ਰਹਿੰਦਾ, ਸੁੱਖੀ ਸੰਦੀ ਸਾਰੇ ਇੱਕੋ ਜਿਹਾ ਥੋੜ੍ਹਾ ਹੁੰਦੇ। ਸੁੱਖ ਨਾਲ ਸਾਡੀ ਬਹੂ ਤਾਂ ਪੁੱਤ ਤੋਂ ਵੀ ਨੇਕ ਹੈ। ਮਾਤਾ ਪੈਰ ਪਸਾਰ ਕੇ ਨਵੇਂ ਲਏ ਸੋਫੇ 'ਤੇ ਆਰਾਮ ਨਾਲ ਬੈਠ ਗਈ। ਬਾਪੂ ਉੱਠ ਕੇ ਡਾਈਨਿੰਗ ਟੇਬਲ 'ਤੇ ਜਾ ਬੈਠਿਆ। ਲੱਥ ਰਹੇ ਪਰੌਂਠਿਆਂ ਦੀ ਮਹਿਕ ਨੇ ਦੋਨਾਂ ਅੰਦਰਲੀ ਖੋਹ ਨੂੰ ਹੋਰ ਤਿੱਖਿਆਂ ਕਰ ਦਿੱਤਾ। ਮਾਤਾ ਨੇ ਆਪਣੀ ਰੋਟੀ ਉੱਥੇ ਹੀ ਮੰਗਵਾ ਲਈ। ਮਾਤਾ ਬਾਪੂ ਨੂੰ ਆਪਣੇ ਨੇਕ ਪੁੱਤ ਨੂੰ 'ਤੇ ਰਸ਼ਕ ਆਉਂਦਾ। ਉਹਨਾਂ ਦਾ ਦਿਲ ਲੱਗਣਾ ਸ਼ੁਰੂ ਹੋ ਗਿਆ। ਸ਼ਹਿਰ ਆਪਣੇ ਵੱਲ ਸੈਨਤਾ ਮਾਰ ਬੁਲਾਉਣ ਲੱਗ ਪਿਆ। ਉੱਪਰਲੀ ਮੰਜ਼ਿਲ 'ਤੇ ਦਿੱਤੇ ਕਮਰੇ ਤੋਂ ਫੈਲਦਾ ਉਹਨਾਂ ਦਾ ਸੰਸਾਰ ਹੌਲੀ ਸਾਰੇ ਘਰ ਵਿੱਚ ਹੀ ਫੈਲ ਗਿਆ। ਪਰ ਇਸ ਫੈਲ ਰਹੇ ਸੰਸਾਰ ਵਿੱਚ ਘਰ ਦੇ ਦੂਜੇ ਜੀਅ ਅਚਾਨਕ ਸੁੰਗੜਨ ਲੱਗ ਪਏ। ਜਸਮੀਤ ਜਰਨੈਲ ਨੂੰ ਇੱਕ ਦਿਨ ਆਪਣੇ ਬੈੱਡਰੂਮ ਵਿੱਚ ਬਾਹਾਂ ਵਿੱਚ ਭਰ ਕੇ ਬੋਲੀ,
ਬੀਜੀ ਐਵੇਂ ਗੁਆਂਢੀਆਂ ਵੱਲ ਨਿੱਤ ਤੁਰੇ ਰਹਿੰਦੇ ਨੇ। ਇਉਂ ਇੱਥੇ ਕੋਈ ਆਉਂਦਾ ਜਾਂਦਾ ਕਿਸੇ ਦੇ ਘਰੇ? ਘਰਾਂ ਦੇ 100 ਪੜਦੇ ਹੁੰਦੇ ਨੇ। ਇਹੋ ਜਿਹੀਆਂ ਗੱਲਾਂ ਫਿਰ ਹਰ ਰੋਜ਼ ਬੈੱਡਰੂਮ ਦੀ ਕਿਸੇ ਨਾ ਕਿਸੇ ਗੁੱਠੇ ਵਿੱਚ ਛਹਿ ਲਾ ਕੇ ਬੈਠਣ ਲੱਗ ਪਈਆਂ। ਕਿਤੇ ਬੀਜੀ ਦੇ ਬੁਰਸ਼ ਕਰਦਿਆਂ ਘਿਣ ਪੈਦਾ ਕਰਨ ਵਾਲੀ ਸੰਘ ਵਿਚਲੀ ਆਵਾਜ਼ ਦੀ ਕਥਾ, ਅਤੇ ਕਿਤੇ ਬਾਪੂ ਜੀ ਦੇ ਗੰਦੀ ਜੁੱਤੀ ਸਣੇ ਤਾਜ਼ਾ ਸਾਫ਼ ਕੀਤੇ ਫਰਸ਼ ਨੂੰ ਗੰਦਾ ਕਰ ਸੁੱਟਣ ਦੀ ਮਿੱਥਿਆ। ਹੌਲੀ ਹੌਲੀ ਸਾਰਾ ਬੈੱਡਰੂਮ ਹੀ ਇਹੋ ਜਿਹੀਆਂ ਕਥਾਵਾਂ ਨਾਲ ਭਰ ਗਿਆ। ਨਿੱਤ ਦਿਨ ਤੰਗੀ ਹੁੰਦੀ ਜਾ ਰਹੀ ਸਪੇਸ ਵਿੱਚ ਜਰਨੈਲ ਦਾ ਵੀ ਹੌਲੀ ਹੌਲੀ ਸਾਹ ਘੁੱਟਣ ਲੱਗ ਪਿਆ। ਹੋਰ ਤਾਂ ਹੋਰ ਘਰ ਵਿੱਚ ਨੌਕਰਾਣੀ ਵੀ ਵਧੇ ਕੰਮ ਤੇ ਦੇਸੀ ਸਟਾਈਲ ਵਾਲੀ ਨੋਕ ਟੋਕ ਤੋਂ ਔਖੀ ਹੋ ਕੇ ਹਟਣ ਦਾ ਅਲਟੀਮੇਟਮ ਦੇਣ ਲੱਗੀ ਤਾਂ ਗੱਲ ਜਮਾਂ ਸਿਰੋਂ ਲੰਘਦੀ ਜਾਪੀ। ਜਰਨੈਲ ਨੂੰ ਰਾਹ ਨਹੀਂ ਸੀ ਸੁੱਝ ਰਿਹਾ। ਵੈਸੇ ਘਰ ਦੇ ਕਿਸੇ ਵੀ ਜੀਅ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਸੁੱਖਾਂ ਵੱਸਦੇ ਘਰ 'ਤੇ ਟੈਨਸ਼ਨ ਦਾ ਪਹਿਰਾ ਕਿਸ ਨੇ ਬਿਠਾ ਦਿੱਤਾ ਸੀ। ਖੁੱਲ੍ਹੀ ਕੋਠੀ ਦੇ ਸਾਰੇ ਖੂੰਜਾਂ ਵਿੱਚ ਹਾਸਿਆਂ ਦੀ ਬਜਾਏ ਚੁੱਪ ਦਾ ਖੜਾਕ ਗੂੰਜਣ ਲੱਗ ਪਿਆ। ਇਹ ਖੜਾਕ ਸ਼ਾਇਦ ਮਾਤਾ ਨੂੰ ਸਭ ਤੋਂ ਪਹਿਲਾਂ ਸੁਣਿਆ। ਇੱਕ ਸ਼ਾਮ ਨੂੰ ਜਦ ਸਾਰੇ ਬੈਠੇ ਟੀਵੀ ਵੇਖ ਰਹੇ ਸਨ ਤਾਂ ਉਸ ਗੱਲ ਤੋਰੀ, ਬਹੁਤ ਦਿਨ ਹੋ ਗਏ ਪਿੰਡ ਨਹੀਂ ਗੇੜਾ ਲੱਗਾ। ਘਰ ਤਾਂ ਸੁੱਖ ਨਾਲ ਵੱਸਦਿਆਂ ਦਾ ਹੁੰਦਾ, ਉਹ ਤਾਂ ਢਹਿ ਜੂ ਇਵੇਂ ਬੰਦ ਪਿਆ ਪਿਆ। ਗੱਲ ਕਰਦਿਆਂ ਕਰਦਿਆਂ ਉਸ ਦਾ ਗਲਾ ਭਰ ਆਇਆ। ਫਿਰ ਉਹ ਦੋਵੇਂ ਪਿੰਡ ਵਾਲੇ ਘਰ ਨੂੰ ਢਹਿਣ ਤੋਂ ਬਚਾਉਣ ਲਈ ਪਿੰਡ ਤੁਰ ਗਏ। ਪਤਾ ਨਹੀਂ ਮਾਤਾ ਸ਼ਹਿਰੋਂ ਕਿਹੜਾ ਬੋਝ ਲੈ ਕੇ ਪਿੰਡ ਪਰਤੀ ਸੀ ਕਿ ਉਹ ਇਸ ਦੇ ਬੋਝ ਥੱਲੇ ਨਿੱਤ ਦਬਦੀ ਤੁਰੀ ਗਈ। ਇਵੇਂ ਹੀ ਇੱਕ ਦਿਨ ਚੌਂਕੇ ਵਿੱਚ ਕੰਮ ਕਰਦਿਆਂ ਥਾਂ ਲੁੜਕ ਗਈ। ਪਿੰਡ ਗਿਆ ਹਰ ਕਿਸੇ ਦੇ ਇਹੀ ਬੋਲ ਸਨ, ਘੋੜੇ ਵਰਗੀ ਸੀ ਅਜੇ ਤਾਂ ਨਸੀਬ ਕੌਰ। ਦਾਤੇ ਨੇ ਸਭ ਕੁਝ ਦਿੱਤਾ, ਬਸ ਸਵਾਸ ਬਖਸ਼ਣ ਵੇਲੇ ਪੱਲਾ ਖਿੱਚ ਲਿਆ। ਸਭ ਰਸਮਾਂ ਸਮੇਟ ਜਦ ਜਰਨੈਲ ਹੋਰੀ ਵਾਪਸੀ ਲਈ ਤਿਆਰ ਹੋਏ ਤਾਂ ਇਤਨੇ ਦਿਨ ਗੁੰਮਸੁੰਮ ਫਿਰਦਾ ਬਾਪੂ ਫਿਸ ਪਿਆ। ਚੰਦਰੀ ਐਵੇਂ ਬੋਝ ਜਿਹਾ ਲੈ ਗਈ। ਹੁਣ ਤੱਕ ਪੂਰੀ ਤਰ੍ਹਾਂ ਥੰਮ ਚੁੱਕਾ ਜਰਨੈਲ ਮੁੜ ਭੁੱਬੀ ਫੁੱਟ ਪਿਆ। ਬਹੁਤ ਦੇਰ ਬਾਅਦ ਉਹ ਅੱਜ ਫਿਰ ਬਾਪੂ ਦੇ ਮੋਢੇ ਨਾਲ ਲੱਗਾ ਸੀ। ਸੰਭਲਿਆ ਤਾਂ ਮਹਿਕਦੀਪ ਨੂੰ ਆਪਣੀਆਂ ਲੱਤਾਂ ਨਾਲ ਚਿੰਬੜੇ ਵੇਖਿਆ। ਥੋੜ੍ਹਾ ਥੋੜ੍ਹਾ ਸਮਝਣ ਵਾਲੀ ਉਮਰਾਂ ਦੀ ਪੌੜੀ ਦੇ ਪਹਿਲੇ ਡੰਡੇ ਚੜ੍ਹ ਰਹੇ ਮਹਿਕਦੀਪ ਨੂੰ ਤੱਕਦਿਆਂ ਹੀ ਉਹ ਆਪਣੇ ਆਪ ਵਿੱਚ ਪਰਤਿਆ। ਕਾਰ ਉਸ ਦੇ ਹੀ ਤੁਰਨ ਦਾ ਇੰਤਜ਼ਾਰ ਕਰ ਰਹੀ ਸੀ। ਜ਼ਿੰਦਗੀ ਮੁੜ ਆਪਣੀ ਤੋਰੇ ਤੁਰਨ ਲੱਗੀ। ਸਗੋਂ ਇਹ ਕਹਿਣਾ ਵਧੇਰੇ ਠੀਕ ਹੈ ਕਿ ਦੌੜਨ ਲੱਗੀ। ਹੌਲੀ ਹੌਲੀ ਸਭ ਆਪੋ ਆਪਣੇ ਕੰਮੀ ਕਾਰੀ ਰੁੱਝ ਗਏ। ਇਸ ਦੌੜ ਵਿੱਚ ਕਿਸੇ ਨੂੰ ਇਹ ਸੋਚਣ ਦਾ ਵਕਤ ਹੀ ਨਾ ਲੱਗਾ ਕਿ ਪਿੰਡ ਬਾਪੂ ਕਿੰਨਾ ਇਕੱਲਾ ਰਹਿ ਗਿਆ ਸੀ। ਫੋਨ 'ਤੇ ਹਾਲ ਚਾਲ ਪੁੱਛਣਾ ਤੇ ਅੱਗਿਓਂ ਠੀਕ ਹੈ ਦੀ ਆਵਾਜ਼ ਨਾਲ ਸਭ ਫਰਜ਼ ਪੂਰੇ ਹੋ ਗਏ ਜਾਪਦੇ। 6 ਮਹੀਨਿਆਂ ਬਾਅਦ ਕੋਠੀ ਦੀ ਰੈਨੋਵੇਸ਼ਨ ਦੇ ਚੱਕਰ ਵਿੱਚ ਜਰਨੈਲ ਦਾ ਪਿੰਡ ਚੱਕਰ ਲੱਗਾ ਤਾਂ ਜਾਪਿਆ ਜਿਵੇਂ ਬਾਪੂ 10 ਸਾਲ ਅਗਾਂਹ ਨੂੰ ਛੜੱਪਾ ਮਾਰ ਗਿਆ ਹੋਵੇ। ਉਹ ਤਾਂ ਜਮਾਂ ਚੌਂ ਗਿਆ ਸੀ, ਇਵੇਂ ਜਿਵੇਂ ਕਿਸੇ ਨੇ ਉਸ ਅੰਦਰਲਾ ਚਾਰਜਿੰਗ ਯੂਨਿਟ ਹੀ ਚੋਰੀ ਕਰ ਲਿਆ ਹੋਵੇ। ਜਰਨੈਲ ਨੂੰ ਫਿਕਰ ਹੋਈ ਤਾਂ ਸ਼ਹਿਰ ਲੈ ਆਇਆ, ਪਰ ਬਾਪੂ ਉੱਥੇ ਰਹਿ ਕੇ ਹੋਰ ਵੀ ਉੱਧਰ ਗਿਆ। ਥੋੜ੍ਹੇ ਦਿਨ ਰਹਿ ਕੇ ਜਿੱਦ ਕਰਕੇ ਫੇਰ ਪਿੰਡ ਪਰਤ ਗਿਆ। ਪਿੰਡ ਸ਼ਹਿਰ ਦੀ ਖਿੱਚ ਤੂ ਵਿੱਚ ਹੀ ਇੱਕ ਦਿਨ ਅਧਰੰਗ ਦਾ ਦੌਰਾ ਪਿਆ। 2 ਦਿਨ ਟੇਢੇ ਹੋਏ ਚਿਹਰੇ 'ਤੇ ਅਟਕ ਗਈਆਂ ਅੱਖਾਂ ਨਾਲ ਸਭ ਨੂੰ ਘੂਰਦਾ ਰਿਹਾ। ਫਿਰ ICU ਵਿੱਚੋਂ ਉਹੀ ਨਹੀਂ, ਉਸ ਦੀ ਦੇਹ ਹੀ ਬਾਹਰ ਆਈ ਸੀ। ਕਾਰ ਦੇ ਟਾਇਰ ਅਚਾਨਕ ਮਾਰੀ ਜ਼ੋਰਦਾਰ ਬ੍ਰੇਕ ਕਾਰਨ ਸੜਕ ਨਾਲ ਘਸੜ ਕੇ ਰੁਕ ਗਏ। ਜਰਨੈਲ ਦੀਆਂ ਸੋਚਾਂ ਦੀ ਡੋਰ ਟੁੱਟ ਗਈ। ਜਸਮੀਤ ਵੀ ਅੱਬੜ ਵਾਹੇ ਉੱਠੀ। ਬਾਹਰ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਸਾਹਮਣੇ ਰੇਤਾ ਵਾਲੇ ਟਿੱਪਰ ਤੇ ਕਾਰ ਦੀ ਤਾਜ਼ਾ ਜ਼ਬਰਦਸਤ ਟੱਕਰ ਹੋਈ ਸੀ। ਸੜਕ 'ਤੇ ਖੂਨ ਦੇ ਛਿੱਟੇ ਦੂਰ ਦੂਰ ਤੱਕ ਫੈਲੇ ਹੋਏ ਸਨ। ਕਾਰ ਦਾ ਜਮਾ ਕਚੂਮਰ ਨਿਕਲਿਆ ਪਿਆ ਸੀ। ਸਟੀਅਰਿੰਗ ਤੇ ਸੀਟ ਵਿਚਕਾਰ ਫਸੀ ਇੱਕ ਲਾਸ਼ ਬਾਹਰ ਨੂੰ ਉੱਲਰੀ ਪਈ ਸੀ। ਦ੍ਰਿਸ਼ ਇੰਨਾ ਦਰਦਨਾਕ ਸੀ ਕਿ ਜਸਮੀਤ ਨੇ ਵੇਖਦੇ ਹੀ ਅੱਖਾਂ ਬੰਦ ਕਰ ਲਈਆਂ। ਡੂੰਘਾ ਠੰਡਾ ਸਾਹ ਲਿਆ। ਹੱਥ ਅਰਦਾਸ ਲਈ ਆਪਣੇ ਆਪ ਜੁੜ ਗਏ। ਮਿਹਰ ਕਰੀਂ ਦਾਤਿਆ। ਆਪਣੇ ਧਿਆਨ ਅੱਖਾਂ ਬੰਦ ਕਰਕੇ ਉਹ ਪਾਠ ਵਿੱਚ ਮਗਨ ਹੋ ਗਈ। ਮਿੰਟ ਕੁ ਰੁਕ ਕੇ ਕਾਰ ਫਿਰ ਚੱਲ ਪਈ। ਜਰਨੈਲ ਨੂੰ ਵੀ ਬਾਹਰਲੇ ਦ੍ਰਿਸ਼ ਨੇ ਝੰਜੋੜ ਦਿੱਤਾ ਸੀ। ਆਪਣਾ ਮਨ ਹੋਰ ਥਾਂ ਪਾਉਣ ਲਈ ਉਸ ਆਪਣੀਆਂ ਅੱਖਾਂ ਪਾਠ ਵਿੱਚ ਮਗਨ ਜਸਮੀਤ ਵੱਲ ਘੁਮਾਈਆਂ।
ਘਰ ਵਿੱਚ ਚੱਕਰੀ ਵਾਂਗ ਘੁੰਮਦੀ ਫਿਰਦੀ ਜਸਮੀਤ ਮਨ ਵਿੱਚ ਉੱਭਰ ਆਈ। ਹੌਲੀ ਹੌਲੀ ਜਸਮੀਤ ਦਾ ਚਿਹਰਾ ਉਸਦੇ ਮਨ 'ਤੇ ਫੈਲਣਾ ਸ਼ੁਰੂ ਹੋ ਗਿਆ। ਇਹੀ ਚਿਹਰਾ ਹੌਲੀ ਹੌਲੀ ਸਾਰੇ ਘਰ ਵਿੱਚ ਵੀ ਤਾਂ ਫੈਲ ਗਿਆ ਸੀ। ਉਸ ਦਾ ਵਜੂਦ ਸਾਰੇ ਪਾਸੇ ਛਾ ਗਿਆ ਸੀ। ਮਾਤਾ ਤੇ ਬਾਪੂ ਦੇ ਉੱਪਰੋਂ ਥਲੀ ਤੁਰ ਜਾਣ ਨਾਲ ਬਹੁਤ ਕੁਝ ਖਾਲੀ ਖਾਲੀ ਹੋ ਗਿਆ ਸੀ। ਇਸ ਖਾਲੀਪਣ ਨੂੰ ਭਰਨ ਲਈ ਵੈਸੇ ਤਾਂ ਦੋਨੋਂ ਹੀ ਜੁਟ ਗਏ ਸਨ, ਪਰ ਜਸਮੀਤ ਤਾਂ ਜਮਾਂ ਮਸ਼ੀਨ ਹੀ ਬਣ ਗਈ ਸੀ। ਨੌਕਰੀ ਦੇ ਨਾਲ ਨਾਲ ਘਰ ਦੀ ਸਾਂਭ ਸੰਭਾਲ, ਹਰ ਕੰਮ ਨੂੰ ਪਰਫੈਕਸ਼ਨ ਨਾਲ ਕਰਨ ਦਾ 24 ਘੰਟੇ ਚੜ੍ਹਿਆ ਰਹਿਣ ਵਾਲਾ ਜਨੂੰਨੀ ਖਬਤ। ਜੇ ਕੋਈ ਕਸਰ ਸੀ ਤਾਂ ਉਹ ਮਹਿਕਦੀਪ ਦੀ ਪੜ੍ਹਾਈ ਨੇ ਪੂਰੀ ਕਰ ਦਿੱਤੀ ਸੀ। ਹੋਮਵਰਕ ਦੀ ਪੰਡ ਲੈ ਕੇ ਪਰਤੇ ਮਹਿਕਦੀਪ ਦੇ ਕੰਮ ਨੂੰ ਨਿਪਟਾਉਣਾ ਹਰ ਰੋਜ਼ ਹਿਮਾਲਿਆ 'ਤੇ ਚੜ੍ਹਨ ਵਾਲੀ ਗੱਲ ਹੁੰਦੀ। ਜ਼ਿਆਦਾਤਰ ਜਸਮੀਤ ਹੀ ਇਸ ਔਖੀ ਚੜ੍ਹਾਈ ਨੂੰ ਪਾਰ ਕਰਦੀ। ਜਰਨੈਲ ਵੀ ਵਿੱਚ ਵਾਰ ਸਹਾਇਕ ਵਾਲਾ ਰੋਲ ਨਿਭਾਉਂਦਾ, ਪਰ ਉਹ ਥੋੜ੍ਹੀ ਚੜ੍ਹਾਈ ਬਾਅਦ ਹੀ ਹੌਂਕਣ ਲੱਗ ਪੈਂਦਾ। ਵੈਸੇ ਵੀ ਉਸ ਨੂੰ ਇਹ ਸਭ ਤਸ਼ੱਦਦ ਵਰਗਾ ਕਾਰਜ ਜਾਪਦਾ। ਕੋਠੀ ਵਿੱਚ ਇਸ ਗੱਲ 'ਤੇ ਬਹਿਸ ਛਿੜਦੀ। ਮਾਰ ਲੈਣਾ ਇਸ ਅੰਗਰੇਜ਼ੀ ਨੇ, ਬਿਨਾਂ ਕੁਝ ਸਮਝ ਆਇਆ, ਨਿਰੀ ਤੋਤਾ ਰੱਟ, ਜਮਾ ਤਸ਼ੱਦਦ ਹੈ ਬੱਚਿਆਂ 'ਤੇ। ਤੁਹਾਨੂੰ ਵਿਹਲੇ ਬੈਠੇ ਆਉਂਦੀਆਂ ਗੱਲਾਂ, ਕਦੇ ਹੋਮਵਰਕ ਵੱਲ ਝਾਕ ਕੇ ਵੀ ਵੇਖਿਆ ਹੈ? ਪੰਜਾਬੀ ਮੀਡੀਅਮ 'ਚ ਪਾ ਦਈਏ ਹੋਰ? ਜਸਮੀਤ ਬੇਰੁਖੀ ਨਾਲ ਜਰਨੈਲ ਦੀ ਗੱਲ ਟੁੱਕਦੀ। ਜਰਨੈਲ ਨੂੰ ਕਿਤਾਬਾਂ ਵਿੱਚ ਪੜ੍ਹੀਆਂ ਅਤੇ ਪੰਜਾਬੀ ਦੇ ਸੈਮੀਨਾਰਾਂ ਵਿੱਚ ਸੁਣੀਆਂ ਗੱਲਾਂ ਜਮਾਂ ਝੂਠੀਆਂ ਝੂਠੀਆਂ ਜਾਪਦੀਆਂ। ਉਸ ਅੰਦਰ ਕਈ ਕੁਝ ਗੁੱਥਮ ਗੁੱਥਾ ਹੁੰਦਾ ਹੋਵੇ ਵੀ ਕਿਉਂ ਨਾ, ਜਿਹੜੀਆਂ ਗੱਲਾਂ ਉਹ ਖੁਦ ਸੈਮੀਨਾਰਾਂ ਅਤੇ ਟੀਵੀ ਮੁਲਾਕਾਤਾਂ ਵਿੱਚ ਬੋਲਦਾ, ਉਹੀ ਗੱਲਾਂ ਘਰ ਵਿੱਚ ਜਮਾਂ ਪੁੱਠੀਆਂ ਹੋਈਆਂ ਪਈਆਂ ਸਨ। ਉਸ ਨੂੰ ਜਾਪਦਾ ਜਿਵੇਂ ਉਹ ਡੁੱਬ ਰਹੀ ਕਿਸ਼ਤੀ ਦਾ ਸਵਾਰ ਹੋਵੇ। ਇਸ ਸਭ ਦਾ ਕੋਈ ਤੋੜ ਨਾ ਲੱਭਣ 'ਤੇ ਉਸਨੇ ਅਜਿਹੇ ਪ੍ਰੋਗਰਾਮਾਂ ਤੋਂ ਮੂੰਹ ਹੀ ਮੋੜ ਲਿਆ। ਪਰ ਜਸਮੀਤ ਦੇ ਨਿਸ਼ਾਨੇ ਬਿਲਕੁਲ ਸਪਸ਼ਟ ਸਨ। ਮਹਿਕਦੀਪ ਲਈ ਉਸਨੇ ਦੇਸ਼ ਦੀ ਚੋਟੀ ਦੀ IIT ਮਨ ਹੀ ਮਨ ਚੁਣ ਲਈ। ਉਂਝ ਉਸਨੇ ਇਸ ਦੀ ਗੱਲ ਕਦੇ ਕਿਸੇ ਨਾਲ ਸਾਂਝੀ ਨਹੀਂ ਸੀ ਕੀਤੀ। ਇਸ ਚੋਟੀ ਨੂੰ ਸਾਰ ਕਰਨ ਲਈ ਉਹ ਮਹਿਕਦੀਪ ਤੋਂ ਵੀ ਜ਼ਿਆਦਾ ਜ਼ੋਰ ਸ਼ੋਰ ਨਾਲ ਜੁਟ ਗਈ। ਘਰ ਦਾ ਸਾਰਾ ਹਿਸਾਬ ਕਿਤਾਬ ਮਹਿਕਦੀਪ ਦੇ ਨਿਸ਼ਾਨਿਆਂ ਦੀ ਪੂਰਤੀ ਵੱਲ ਸੇਧਤ ਹੋ ਗਿਆ। ਜਰਨੈਲ ਵੀ ਬਾਹ ਲੱਗਦੀ ਹੱਥ ਵਟਾਉਂਦਾ, ਪਰ ਉਸ ਅੰਦਰ ਉਹ ਸ਼ਿੱਦਤ ਨਹੀਂ ਸੀ ਜਿਸ ਨਾਲ ਭਰੀ ਜਸਮੀਤ ਉੱਡੀ ਫਿਰਦੀ। ਘਰ ਪਹੁੰਚੇ ਰਿਪੋਰਟ ਕਾਰਡਾਂ ਨੂੰ ਵੇਖ ਕੇ ਜਿਵੇਂ ਉਹ ਮਹਿਕਦੀਪ ਦੀ ਬਰੀਕੀ ਨਾਲ ਕਲਾਸ ਲੈਂਦੀ। ਜਰਨੈਲ ਤਾਂ ਉਸਦੇ ਪਾਸਕੂ ਵੀ ਨਹੀਂ ਸੀ। 2-4 ਨੰਬਰਾਂ ਦਾ ਹੇਰ ਫੇਰ ਘਰ ਵਿੱਚ ਭੁਚਾਲ ਲਿਆਉਣ ਲਈ ਕਾਫੀ ਹੁੰਦਾ। ਭੁਚਾਲ ਆਉਂਦਾ ਤਾਂ ਮਜ਼ਬੂਤ ਕੋਠੀ ਦੀਆਂ ਕੰਧਾਂ ਹਿਲਦੀਆਂ ਜਾਪਦੀਆਂ, ਖਿੜਕੀਆਂ ਦੇ ਸ਼ੀਸ਼ਿਆਂ ਵਿੱਚ ਤਰੇੜਾਂ ਪੈਣ ਦੀ ਨੌਬਤ ਬਣ ਜਾਂਦੀ। ਪਰ ਉਸ ਦਿਨ ਘਰ ਵਿੱਚ ਖੁਸ਼ੀਆਂ ਦੇ ਦੀਵੇ ਲੱਟ ਲੱਟ ਬਾਲਣ ਲੱਗਦੇ, ਜਿਸ ਦਿਨ ਕਿਸੇ ਸਰਗਰਮੀ ਵਿੱਚ ਮਹਿਕਦੀਪ ਨੇ ਇਨਾਮ ਜਿੱਤਿਆ ਹੁੰਦਾ ਜਾਂ ਕਿਸੇ ਵਿਸ਼ੇ ਵਿੱਚੋਂ ਫੁੱਲ ਵਟਾ ਫੁੱਲ ਵਾਲਾ ਲੰਮਾ ਸਿਕਸਰ ਮਾਰਿਆ ਹੁੰਦਾ। ਸਭ ਆਪਣੇ ਥਾਂ ਸੱਚੇ ਸਨ। ਰੁੱਗ ਭਰ ਕੇ ਦਿੱਤੇ ਪੈਸਿਆਂ ਬਦਲੇ ਜੇ ਮਨਚਾਹੀ ਚੀਜ਼ ਨਾ ਮਿਲੇ ਤਾਂ ਕੀਤੇ ਖਰਚ ਦਾ ਕੀ ਫਾਇਦਾ। ਉੱਤੋਂ ਸਿਰ ਵੱਢਵੇਂ ਮੁਕਾਬਲੇ ਦਾ ਯੁੱਗ। 2-4 ਨੰਬਰਾਂ ਦੇ ਹੇਰ ਫੇਰ ਨਾਲ ਹੀ ਕਲਾਸ ਵਿੱਚ ਪੋਜੀਸ਼ਨ ਕਿਤੇ ਦੀ ਕਿਤੇ ਜਾ ਪੈਂਦੀ। ਹਰ ਮੋਮ ਸੁਪਰ ਮੋਮ ਅਤੇ ਹਰ ਡੈਡ ਸੁਪਰ ਡੈਡ ਬਣਨ ਦੀ ਦੌੜ ਵਿੱਚ ਚਾਹੇ ਅਣਚਾਹੇ ਸ਼ਾਮਲ ਸੀ। ਸਾਲਾਨਾ ਇਨਾਮ ਵੰਡ ਸੈਰੇਮਨੀ ਵਿੱਚ ਪੋਜੀਸ਼ਨਾਂ ਵਾਲਿਆਂ ਬੱਚਿਆਂ ਦੇ ਮਾਂ ਬਾਪ ਦਾ ਜਲਾਲ ਹੀ ਹੋਰ ਹੁੰਦਾ। ਦੌੜ ਵਿੱਚ ਪਿੱਛੇ ਰਹਿਣ ਵਾਲੇ ਆਪਣੇ ਜੇਤੂ ਜਾਣੂਆਂ ਨੂੰ ਵਧਾਈਆਂ ਤਾਂ ਦਿੰਦੇ, ਪਰ ਮਨ ਵਿੱਚ ਹਸਰਤ ਅਗਲੀ ਵਾਰ ਲਤਾੜ ਕੇ ਅੱਗੇ ਲੰਘ ਜਾਣ ਦੀ ਹੁੰਦੀ। ਮਹਿਕਦੀਪ ਘਰ ਵਿੱਚ ਅਜਿਹੀਆਂ ਖੁਸ਼ੀਆਂ ਗਮੀਆਂ ਦੀ ਮਹਿਕ ਵੰਡਦਾ ਨਿਰੰਤਰ ਆਪਣੀਆਂ ਪੌੜੀਆਂ ਚੜ੍ਹਦਾ ਗਿਆ। ਜਿਸ ਦਿਨ ਉਸਨੇ 10ਵੀਂ ਵਿੱਚੋਂ ਪਰਫੈਕਟ 10 ਸਕੋਰ ਕੀਤਾ, ਉਸ ਦਿਨ ਘਰ ਦੇ ਸਾਰੇ ਕੋਨਿਆਂ ਵਿੱਚ ਖੁਸ਼ੀਆਂ ਦੇ ਚਿਰਾਗ ਬਲ ਉੱਠੇ। ਬੜੇ ਦਿਨਾਂ ਬਾਅਦ ਜਸਮੀਤ ਦੀ ਪੁਰਾਣੀ ਚਹਿਕ ਪਰਤੀ। ਜੈਲੀ, ਮਹਿਕ ਆਪਣੇ ਸਭ ਸੁਪਨੇ ਪੂਰੇ ਕਰੂ, ਤੁਸੀਂ ਬਸ ਦੇਖਦੇ ਜਾਇਓ। ਆਈ ਐਮ ਪ੍ਰਾਊਡ ਆਫ ਮਾਈ ਸਨ। ਮੰਮੀ ਦੀ ਹਿੱਕ ਵਿੱਚ ਸਮਾਏ ਮਹਿਕਦੀਪ ਦਾ ਖਿੜਿਆ ਚਿਹਰਾ ਬਿਨਾਂ ਬੋਲਿਆਂ ਹੀ ਸਭ ਬਿਆਨ ਕਰ ਗਿਆ। ਪਿਆਰ ਪਿਆਰ ਹੋਏ ਜਰਨੈਲ ਨੇ ਦੋਨਾਂ ਨੂੰ ਆਪਣੇ ਕਲਾਵੇ ਵਿੱਚ ਕੱਸ ਲਿਆ। ਅਖਬਾਰ ਵਿੱਚ ਵਿਕਟਰੀ ਸਾਈਨ ਬਣਾਉਂਦੇ ਪਰਿਵਾਰ ਦੀ ਛਪੀ ਫੋਟੋ ਨੇ ਸਾਰੇ ਘਰ ਨੂੰ ਢੱਕ ਲਿਆ। ਸਾਹਾਂ ਵਿੱਚੋਂ ਫੁੱਟਦੀ ਨਸ਼ੇ ਭਰੀ ਮਹਿਕ ਨੇ ਸਾਰਾ ਘਰ ਮਹਿਕਣ ਲਾ ਦਿੱਤਾ। ਨਸ਼ੇ ਦੀ ਲੋਰ ਵਿੱਚ ਫਿਰਦੇ ਜੀਆਂ ਨੂੰ ਤੱਕ ਕੇ ਦੂਜੇ ਦਿਨ ਹੀ ਜਸਮੀਤ ਨੇ ਫੌਜੀ ਜਰਨੈਲ ਵਾਂਗ ਹੁਕਮ ਚਾੜਿਆ,
ਅਸਲ ਪੜ੍ਹਾਈ ਹੁਣ ਸ਼ੁਰੂ ਹੋਣੀ ਹੈ ਮਹਿਕ, ਬਸ ਡਟ ਜਾ ਹੁਣ ਦਿਲ ਲਾ ਕੇ। ਮਹਿਕਦੀਪ ਵਾਕਿਆ ਹੀ ਡਟ ਗਿਆ। ਵੈਸੇ ਉਹ ਇਕੱਲਾ ਨਹੀਂ ਸੀ ਡਟਿਆ, ਸਾਰਾ ਘਰ ਹੀ ਆਪਣੇ ਆਪਣੇ ਮੋਰਚਿਆਂ 'ਤੇ ਆਣ ਹਾਜ਼ਰ ਹੋਇਆ। ਜੰਗ ਦਾ ਬਿਗਲ ਵੱਜ ਚੁੱਕਾ ਸੀ। ਚੱਤੋ ਪੈਰ ਪੜ੍ਹਾਈ ਅਤੇ ਟਿਊਸ਼ਨਾਂ ਦਾ ਦੌਰ। ਹੁਣ ਘਰ ਵਿੱਚ ਹੋਰ ਤਾਂ ਕੁਝ ਨਜ਼ਰ ਹੀ ਨਹੀਂ ਸੀ ਪੈਂਦਾ। ਕੇਬਲ ਕਟਾ ਦਿੱਤਾ ਗਿਆ। ਬਾਹਰ ਘੁੰਮਣ ਫਿਰਨ 'ਤੇ 2 ਸਾਲ ਲਈ ਪੂਰਨ ਪਾਬੰਦੀ ਦਾ ਸਵੈ ਘੋਸ਼ਿਤ ਇਕਰਾਰਨਾਮਾ ਹੋ ਗਿਆ। ਪੰਗਾ ਸਿਰਫ ਰਿਸ਼ਤੇਦਾਰਾਂ ਦਾ ਸੀ। ਉਹ ਕਿਸੇ ਵੇਲੇ ਵੀ ਟਪਕ ਕੇ ਉੱਡੀ ਜਾਂਦੀ ਬੁਲਟ ਟ੍ਰੇਨ ਨੂੰ ਬ੍ਰੇਕਾਂ ਲਾਉਣ ਲਈ ਮਜਬੂਰ ਕਰ ਸਕਦੇ ਸਨ। ਰਿਸ਼ਤੇਦਾਰਾਂ ਨੂੰ ਆਉਣ ਤੋਂ ਕਿਵੇਂ ਰੋਕਿਆ ਜਾਵੇ? ਪਰ ਇਸ ਮਸਲੇ ਦਾ ਵੀ ਫਾਰਮੂਲਾ ਲੱਭ ਲਿਆ ਗਿਆ। ਨਾ ਕਿਤੇ ਜਾਓ ਨਾ ਕੋਈ ਆਵੇ। ਰੱਖੜੀ ਬੰਨ੍ਹਣ ਲਈ ਆਈ ਰਣਜੀਤ ਨੇ ਇਸ ਗੱਲ ਦਾ ਗਿਲਾ ਕੀਤਾ, ਵੀਰੇ ਮੇਰੇ ਤਾਂ ਮਾਪੇ ਹੁਣ ਤੇਰੇ ਨਾਲ ਹੀ ਨੇ, ਭਾਬਾ ਨੂੰ ਲੈ ਕੇ ਛੇਤੀ ਛੇਤੀ ਮਿਲਣ ਆਇਆ ਕਰ। ਜਵਾਬ ਵਿੱਚ ਜਰਨੈਲ ਨੇ ਨਹੀਂ ਨਹੀਂ ਆਵਾਂਗੇ ਜ਼ਰੂਰ ਕਿਹਾ, ਪਰ ਉਸ ਦਾ ਅੰਦਰ ਬੋਲਿਆ ਕਿੱਥੇ ਜਾ ਹੋਣਾ ਹੁਣ। ਘਰੇਲੂ ਐਮਰਜੈਂਸੀ ਵਰਗੇ ਹਾਲਾਤ ਵਿੱਚ ਉਹ ਤਾਂ ਆਪਣੇ ਦਿਲ ਦੀ ਸੱਦਰ ਵੀ ਦਿਲ ਵਿੱਚ ਹੀ ਕਿਧਰੇ ਨੱਪ ਗਿਆ। ਆਰਟਸ ਦੀ ਪੜ੍ਹਾਈ ਬਾਰੇ ਸਲਾਹ ਦੇ ਕੇ ਉਹ ਜਸਮੀਤ ਦੀਆਂ ਨਜ਼ਰਾਂ ਵਿੱਚ ਹੋਰ ਹਲਕਾ ਨਹੀਂ ਸੀ ਪੈਣਾ ਚਾਹੁੰਦਾ। ਉਸ ਨੂੰ ਪਤਾ ਸੀ ਕਿ ਅਜਿਹਾ ਕਹਿ ਕੇ ਘਰ ਵਿੱਚ ਮਖੌਲ ਹੀ ਉੱਡਣਾ ਸੀ। ਉਹ ਖੁਦ ਵੀ ਮਹਿਸੂਸਣ ਲੱਗਾ ਸੀ ਕਿ ਵਕਤ ਦੇ ਹਾਣ ਦਾ ਹੋਣ ਲਈ ਜਸਮੀਤ ਦੇ ਲਏ ਪੈਂਤੜੇ ਠੀਕ ਹੀ ਸਨ। ਅਜਿਹੀਆਂ ਸੋਚਾਂ ਨੇ ਉਸ ਨੂੰ ਹੌਲੀ ਹੌਲੀ ਕਿਤਾਬਾਂ ਤੋਂ ਦੂਰ ਕਰ ਪਲਾਟਾਂ ਦੀ ਖਰੀਦ ਵੇਚ ਵੱਲ ਤੋਰ ਦਿੱਤਾ। ਸਾਈਡ ਬਿਜ਼ਨਸ ਮੁੱਖ ਧੰਦਾ ਬਣ ਗਿਆ। 1-2 ਪਲਾਟਾਂ ਦੇ ਸੌਦੇ ਵਿੱਚੋਂ ਹੋਏ ਮੁਨਾਫੇ ਨੇ ਉਸ ਅੰਦਰ ਨਵੀਂ ਤਰੰਗ ਛੇੜ ਦਿੱਤੀ। ਪਰ ਕਲਾਸ ਵਿੱਚ ਪੜ੍ਹਾਉਂਦਿਆਂ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਗੱਲਾਂ ਕਰਦਿਆਂ ਉਸ ਨੂੰ ਆਪਣੇ ਅੰਦਰੋਂ ਪਹਿਲਾਂ ਵਾਲੀ ਸ਼ਿੱਦਤ ਨਾ ਲੱਭਦੀ। ਨੌਕਰੀ ਦਾ ਦੂਸਰਾ ਅਰਥ ਤਨਖਾਹ ਹੋ ਗਿਆ। ਇਸ ਤਨਖਾਹ ਦੇ ਬੋਝ ਥੱਲੇ ਕਿਤੇ ਕਿਤੇ ਪੁਰਾਣਾ ਜਰਨੈਲ ਜ਼ਰੂਰ ਛਟਪਟਾਉਂਦਾ। ਮੌਮ ਡੈਡ ਦੀਆਂ ਕੁਰਬਾਨੀਆਂ ਨੂੰ ਉਂਝ ਮਹਿਕਦੀਪ ਨੇ ਐਵੇਂ ਅਜਾਈਂ ਨਹੀਂ ਸੀ ਜਾਣ ਦਿੱਤਾ। 90% ਤੋਂ ਉੱਪਰ ਨੰਬਰ ਵਾਲਿਆਂ ਦੀ ਲਿਸਟ ਵਿੱਚ ਉਸਦੇ ਚਮਕਦੇ ਨਾਮ ਅਤੇ ਤਸਵੀਰ ਨੇ ਘਰ ਵਿੱਚ ਚਿਰ ਦਾ ਰੁੱਸਿਆ ਖੇੜਾ ਵਾਪਸ ਲੈ ਆਂਦਾ। ਪਰ ਪਤਾ ਨਹੀਂ ਕਿਉਂ ਜਸਮੀਤ ਨੂੰ ਉਹ ਖੁਸ਼ੀ ਨਹੀਂ ਸੀ ਹੋਈ ਜੋ ਹੋਣੀ ਬਣਦੀ ਸੀ। ਹੁਣ ਤਾਂ ਹਰ ਕੋਈ 90% ਤੋਂ ਉੱਪਰ ਨੰਬਰ ਲਈ ਜਾਂਦਾ। ਜਸਮੀਤ ਦੇ ਬੋਲ ਨਾਲ ਮਹਿਕਦੀਪ ਦਾ ਖਿੜਿਆ ਚਿਹਰਾ ਇੱਕਦਮ ਮੁਰਝਾ ਗਿਆ। ਘਰ ਦੇ ਕੋਲ ਨੱਪੇ ਪੈਰੀਂ ਆਈ ਖੁਸ਼ੀ ਬਾਹਰੋਂ ਬਨੇਰੇ ਤੋਂ ਹੀ ਉਡਾਰੀ ਮਾਰ ਗਈ। ਖੈਰ ਅਸਲ ਮੁਕਾਬਲੇ ਦੀ ਪ੍ਰੀਖਿਆ ਹੋਣੀ ਤਾਂ ਅਜੇ ਬਾਕੀ ਸੀ। ਉਸ ਪ੍ਰੀਖਿਆ ਦਾ ਰਿਜ਼ਲਟ ਆਇਆ ਤਾਂ ਫਿਰ ਪਹਿਲਾਂ ਵਾਲੀ ਹਾਲਤ ਬਣ ਗਈ। ਪ੍ਰੀਖਿਆ ਤਾਂ ਕਲੀਅਰ ਹੋ ਗਈ, ਪਰ ਨਾ ਤਾਂ ਸੰਸਥਾ ਅਤੇ ਨਾ ਹੀ ਪਸੰਦ ਵਾਲਾ ਕੰਪਿਊਟਰ ਟ੍ਰੇਡ ਮਿਲਿਆ। 2 ਨੰਬਰਾਂ ਪਿੱਛੇ ਸਾਰੀ ਖੇਡ ਪੁੱਠੀ ਹੋ ਗਈ। IIT ਵਾਲਾ ਡ੍ਰੀਮ ਪ੍ਰੋਜੈਕਟ ਨਾ ਚਾਹੁੰਦਿਆਂ ਵੀ ਬੰਦ ਕਰਨਾ ਪਿਆ ਅਤੇ ਨੈੱਟ ਵਾਲੀ ਸੈਕੰਡ ਚੁਆਇਸ 'ਤੇ ਗੌਰ ਫਰਮਾਉਣਾ ਪਿਆ। ਜਰਨੈਲ ਨੇ ਮਹਿਕਦੀਪ ਨੂੰ ਸ਼ਾਬਾਸ਼ ਦਿੰਦਿਆਂ ਤਣੇ ਮਾਹੌਲ ਨੂੰ ਸਖਾਵਾਂ ਕਰਨਾ ਚਾਹਿਆ। ਬੜੀ ਗੁੱਡ ਹੈ, ਲੋਕਲ ਇੰਸਟੀਚਿਊਟ ਪਸੰਦ ਦਾ ਟ੍ਰੇਡ। ਮਾਂ ਪੁੱਤ ਦਾ ਠੰਡਾ ਹੁੰਗਾਰਾ ਵੇਖ ਜਰਨੈਲ ਦਾ ਚਲਾਇਆ ਰੌਂਦ ਉਸਦੇ ਅੰਦਰੇ ਹੀ ਕਿਧਰੇ ਠੁੱਸ ਹੋ ਗਿਆ। ਘਰ ਵਿੱਚ ਹੁਣ ਗੱਲ ਛਿੜਦੀ ਤਾਂ ਜਸਮੀਤ ਅਕਸਰ ਝੁੰਝਲਾਹਟ ਜਿਹੀ 'ਚ ਬੋਲਦੀ, ਰਿਜ਼ਰਵੇਸ਼ਨ ਨੇ ਬੇੜਾ ਡੋਬਤਾ ਇਸ ਦੇਸ਼ ਦਾ, ਕੁਆਲਿਟੀ ਦਾ ਕੋਈ ਮੁੱਲ ਨਹੀਂ ਹੈਗਾ। ਜਸਮੀਤ ਨੂੰ ਮਹਿਕਦੀਪ ਦੀਆਂ ਸਭ ਰੁਕਾਵਟਾਂ ਦੀ ਵਜ੍ਹਾ ਸਰਕਾਰ ਦੇ ਕੋਟੇ ਵਾਲੀ ਨੀਤੀ ਜਾਪਦੀ ਰਹੀ। ਸਹੀ ਕਸਰ ਬੈਂਕ ਵਿੱਚ ਉਸ ਤੋਂ ਜੂਨੀਅਰ ਦੇ ਮੈਨੇਜਰ ਬਣ ਜਾਣ ਨਾਲ ਪੂਰੀ ਹੋ ਗਈ। ਅੱਲਾ ਜ਼ਖਮ ਝੱਟ ਰਿਸ ਦਾ ਨਾਸੂਰ ਬਣ ਗਿਆ। ਜਰਨੈਲ ਕਦੇ ਕਦੇ ਇਸ ਨਾਸੂਰ 'ਤੇ ਲੇਪ ਲਾਉਂਦਾ। ਕੋਟੇ ਵਾਲੇ ਕਿਹੜਾ ਖੁਸ਼ ਨੇ, ਉਹ ਆਪਣੀ ਥਾਂ ਅੱਕੇ ਪਏ ਨੇ। ਕੋਰਸ ਸ਼ੁਰੂ ਹੋਣ ਦੇ ਹਫ਼ਤੇ ਬਾਅਦ ਹੀ ਇੱਕ ਸ਼ਾਮ ਘਰ ਪਰਤਦਿਆਂ ਮਹਿਕਦੀਪ ਨੇ ਹੁਕਮ ਵਰਗਾ ਐਲਾਨ ਕਰ ਦਿੱਤਾ, ਡੈਡ ਘਰ ਤੋਂ ਟਰੈਵਲ ਕਰਕੇ ਪੜ੍ਹਾਈ ਦਾ ਸਟਰੈਸ ਮੇਨਟੇਨ ਕਰਨਾ, ਓ ਮਾਈ ਗੋਡ ਵੈਰੀ ਡਿਫੀਕਲਟ, ਇੰਪੋਸੀਬਲ। ਇਸ ਇੰਪੋਸੀਬਲ ਨੂੰ ਪੋਸੀਬਲ ਕਰਨ ਲਈ ਬੜੀਆਂ ਸਿਫਾਰਿਸ਼ਾਂ ਲਾਉਣੀਆਂ ਪਈਆਂ, ਪਰ ਇਹ ਕੀ। ਜਸਮੀਤ ਜਰਨੈਲ ਨੂੰ ਪਿਆਰੀ ਜਿਹੀ ਗਲਬੱਕੜੀ ਉਪਰੰਤ ਗੁੱਡ ਨਾਈਟ ਦੀ ਮਿੱਠੀ ਆਵਾਜ਼ ਨਾਲ ਆਪਣੇ ਕਮਰੇ ਵਿੱਚ ਸੌਣ ਜਾਣ ਦਾ ਅਭਿਆਸੀ ਮਹਿਕਦੀਪ ਤਾਂ ਕੁਝ ਮਹੀਨਿਆਂ ਵਿੱਚ ਹੀ ਹੋਸਟਲ ਨੇ ਮੋਹ ਲਿਆ ਸੀ। ਉਚੇਚਾ ਖਰੀਦ ਕੇ ਦਿੱਤਾ ਮੋਬਾਈਲ ਫੋਨ ਖੁਦ ਤਾਂ ਕੀ ਕਰਨਾ ਹੋਇਆ, ਜੇ ਜਸਮੀਤ ਜਾਂ ਜਰਨੈਲ ਵੀ ਕਰਦੇ ਤਾਂ ਅੱਗਿਓਂ ਘੱਟ ਵੱਧ ਹੀ ਹੁੰਗਾਰਾ ਮਿਲਦਾ। ਉਹ ਬੰਦ ਹੁੰਦਾ ਜਾਂ ਬਿਜ਼ੀ। ਕਈ ਵਾਰ ਰਿੰਗ ਵੱਜਦੀ ਜਾਂਦੀ ਅਤੇ ਬਸ ਵੱਜੀ ਜਾਂਦੀ। ਵੀਕਐਂਡ 'ਤੇ ਮਿਲਣੀ 'ਤੇ ਗਿਆ ਜਸਮੀਤ ਨੇ ਮਿਲਦਿਆਂ ਹੀ ਗਿਲਾ ਕੀਤਾ, ਮਹਿਕ ਤੈਨੂੰ ਬਹੁਤੇ ਪਰ ਨਿਕਲ ਆਏ ਜਾਪਦੇ ਨੇ, ਸਾਨੂੰ ਕਾਹਨੂੰ ਯਾਦ ਕਰਨਾ ਹੋਇਆ ਹੁਣ। ਮੋਮ ਇਹ ਗੱਲ ਨਹੀਂ,
ਬਸ ਸਟਰੈਸ ਹੀ ਇੰਨਾ ਕਿ ਝੁੰਝਲਾਹਟ ਜਿਹੀ ਵਿੱਚ ਉਹ ਸਿਰ ਮਾਰਿਆ। ਵਾਪਸੀ 'ਤੇ ਜਸਮੀਤ ਜਰਨੈਲ ਦੇ ਨੇੜੇ ਹੋ ਕੇ ਸਵਾਲੀ ਬਣ ਗਈ। ਤੁਸਾਂ ਕੁਝ ਨੋਟ ਕੀਤਾ? ਮਹਿਕ 'ਚ ਕੁਝ ਮਿਸਿੰਗ ਹੈ। ਤੁਰਨ ਲੱਗਿਆਂ ਹੱਗ ਕਰਨਾ ਵੀ ਭੁੱਲ ਗਿਆ। ਅਖਰਿਆ ਤਾਂ ਜਰਨੈਲ ਨੂੰ ਵੀ ਸੀ, ਪਰ ਜਸਮੀਤ ਦਾ ਦਿਲ ਪਰਚਾਉਣ ਲਈ ਉਸ ਕਿਹਾ, ਭੁੱਲ ਜਾ ਹੁਣ ਤੂੰ ਹੱਗ ਹੁੱਗ। ਹੱਗ ਦੀ ਪੋਜੀਸ਼ਨ ਬਦਲਣ ਦਾ ਮੌਕਾ ਆ ਗਿਆ। ਗੱਲ ਮੁਕਾ। ਜਰਨੈਲ ਠਹਾਕਾ ਮਾਰ ਕੇ ਹੱਸ ਪਿਆ। ਜਰਨੈਲ ਦੇ ਹਾਸਿਆਂ ਵਿੱਚ ਅਕਸਰ ਰੰਗ ਭਰਨ ਵਾਲੀ ਜਸਮੀਤ ਦਾ ਹਾਸਾ ਅੱਜ ਪਤਾ ਨਹੀਂ ਕਿਸ ਖੂੰਜੇ ਲੁਕ ਬੈਠਾ ਸੀ। ਕੈਂਪਸ ਵਿੱਚ ਉਹ ਖੁਸ਼ੀਆਂ ਲੈਣ ਗਈ, ਉਹ ਪਹਿਲਾਂ ਤੋਂ ਵੀ ਵੱਧ ਉਦਾਸ ਹੋ ਕੇ ਘਰ ਪਰਤੀ। ਡਿਗਰੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਹਿਕਦੀਪ ਦੀ ਪਲੇਸਮੈਂਟ ਇੱਕ ਨਾਮੀ ਮਲਟੀਨੈਸ਼ਨਲ ਕੰਪਨੀ ਵਿੱਚ ਹੋ ਗਈ। ਇਸ ਕੰਪਨੀ ਤੋਂ ਹੀ ਉਸ ਇੰਟਰਨਸ਼ਿਪ ਕੀਤੀ ਸੀ। ਬੰਗਲੌਰ ਵਿੱਚ ਨੌਕਰੀ ਲਈ ਜਾਣਾ ਸੀ। ਜਰਨੈਲ ਤਾਂ ਇਸ ਦੇ ਬਿਲਕੁਲ ਹੱਕ ਵਿੱਚ ਨਹੀਂ ਸੀ। ਉਹ ਚਾਹੁੰਦਾ ਸੀ ਕਿ ਮਹਿਕਦੀਪ ਐਮਟੈਕ ਕਰਕੇ ਉਸੇ ਇੰਸਟੀਚਿਊਟ ਵਿੱਚ ਨੌਕਰੀ ਕਰੇ ਜਿਸ ਤੋਂ ਉਸਨੇ ਡਿਗਰੀ ਕੀਤੀ ਸੀ। ਪਰ ਮਹਿਕਦੀਪ ਕਾਹਨੂੰ ਕਿਸੇ ਦੀ ਸੁਣਨ ਵਾਲਾ ਸੀ। ਉਸਦੇ ਆਪਣੇ ਤਰਕ ਸਨ। ਡੈਡ, ਟੀਚਿੰਗ 'ਚ ਗਰੋਥ ਕਿੱਥੇ ਹੈ? ਓ ਮਾਈ ਗॉड, ਜਲੰਧਰ, ਟੋਟਲੀ ਸਫੋਕੇਟਿੰਗ। ਆਪਣਾ ਪੰਜਾਬ। ਜਰਨੈਲ ਨੇ ਕੁਝ ਕਹਿਣਾ ਚਾਹਿਆ, ਪਰ ਮਹਿਕਦੀਪ ਨੇ ਗੱਲ ਵੀ ਪੂਰੀ ਨਾ ਹੋਣ ਦਿੱਤੀ। ਪੰਜਾਬ 'ਚ ਜੌਬ ਹੈ ਕਿੱਥੇ? ਓ ਡੈਡ, ਤੁਸੀਂ ਵੀ। ਮਹਿਕਦੀਪ ਅੱਗੇ ਖਾਮੋਸ਼ ਖੜ੍ਹੇ ਜਰਨੈਲ ਨੂੰ ਜਾਪਿਆ ਜਿਵੇਂ ਉਹ ਉਸ ਦਾ ਵਿਦਿਆਰਥੀ ਬਣ ਗਿਆ ਹੋਵੇ। ਮਹਿਕਦੀਪ ਹੁਣ ਆਪਣੀ ਮਰਜ਼ੀ ਦਾ ਖੁਦਾ ਸੀ। ਜਰਨੈਲ ਜਸਮੀਤ ਵਕਤ ਦੀ ਤੋਰ ਸਮਝਦੇ ਸਨ। ਇਸ ਤੋਰ ਦੇ ਹਾਣੀ ਹੋਣ ਲਈ ਉਹ ਖੂਬ ਤਿਆਰੀਆਂ ਕਰਦੇ, ਪਰ ਭਾਣਾ ਇਹ ਸੀ ਕਿ ਨਵੀਆਂ ਚੁਣੌਤੀਆਂ ਅੱਗੇ ਅਕਸਰ ਬੌਣੇ ਪੈ ਜਾਂਦੇ। ਇਸ ਬੌਣੇਪਣ ਵਿੱਚ ਘਰ ਦਾ ਖਾਲੀਪਣ ਘੁਲ ਕੇ ਘਰ ਦੇ ਸਾਰੇ ਖੂੰਜਿਆਂ ਵਿੱਚ ਬੈਠ ਗਿਆ। ਮਹਿਕਦੀਪ ਦੇ ਬੰਗਲੌਰ ਜਾ ਵਸਣ ਨਾਲ ਇਹ ਹੋਰ ਵੀ ਤਕੜਾ ਹੋ ਗਿਆ। ਜਸਮੀਤ ਜਰਨੈਲ ਇਸ ਦਾ ਤੋੜ ਲੱਭਣ ਲੱਗੇ। ਇਸ ਤੋੜ ਦੀਆਂ ਕੁਝ ਕਿਰਨਾਂ ਉਹਨਾਂ ਨੂੰ ਉਸ ਦਿਨ ਦਿਸੀਆਂ ਜਿਸ ਦਿਨ ਮਹਿਕਦੀਪ ਵੱਲੋਂ ਇੱਕ ਕੁੜੀ ਨੂੰ ਆਪਣੀ ਫੇਸਬੁੱਕ ਵਾਲ 'ਤੇ ਮਾਈ ਲਵ ਕਹਿ ਕੇ ਬਰਥਡੇ ਵਿਸ਼ ਕਰਦੇ ਤੱਕਿਆ। ਕੁੜੀ ਸ਼ਕਲੋਂ ਤਾਂ ਪੰਜਾਬੋਂ ਬਾਹਰਲੀ ਲੱਗੀ, ਪਰ ਲੁੱਕ ਵਾਈਜ਼ ਸਮਾਰਟ ਜਾਪੀ। ਜਸਮੀਤ ਨੇ ਫਟਾਫਟ WhatsApp ਖੋਲ੍ਹਿਆ। ਮਹਿਕ, ਫੇਸਬੁੱਕ ਵਾਲੀ ਸ਼ਾਰਦਾ ਸਕਸੈਨਾ ਕੌਣ ਹੈ? ਓ ਮੋਮ, ਯੂ ਸਕਰੋਲ ਮਾਈ ਅਕਾਊਂਟ? ਓ ਨੋ ਮੋਮ, ਸ਼ੀ ਜਸਟ ਏ ਫਰੈਂਡ। ਗੱਲ ਸੁਣ ਲਾ ਮਹਿਕ, ਕੋਈ ਭਈਆ ਰਾਣੀ ਨਾ ਸਾਡੇ ਮੱਥੇ ਲਿਆ ਮਾਰੀ। ਜਸਮੀਤ ਵਿੱਚੋਂ ਪੇਂਡੂ ਜੱਸੀ ਨੇ ਫੁੰਕਾਰਾ ਮਾਰਿਆ। ਯੂ ਜਸਟ ਟਾਕ ਕ੍ਰੈਪ ਮੋਮ। ਮਹਿਕਦੀਪ ਨੇ ਫੋਨ ਕੱਟਣ ਸਾਰ ਸਵਿਚ ਆਫ ਕਰ ਦਿੱਤਾ। ਜਸਮੀਤ ਲਈ ਇਹ ਅਸਹਿ ਸੀ। ਉਹ ਬਾਰ-ਬਾਰ ਟਰਾਈ ਕਰਦੀ ਰਹੀ, ਪਰ ਅੱਗੋਂ ਸਵਿਚ ਆਫ ਦੀ ਮਿੱਠੀ ਆਵਾਜ਼ ਵਿੱਚ ਵੀ ਸਿਰ ਵਿੱਚ ਭਾਰੀ ਹਥੌੜੇ ਵਾਂਗ ਵੱਜਦੀ ਰਹੀ। 2 ਸਾਲ ਹੋ ਗਏ ਸਨ ਮਹਿਕਦੀਪ ਨੂੰ ਬੰਗਲੌਰ ਗਿਆ। ਸਾਲ ਪਹਿਲਾਂ ਦਿੱਲੀ ਕੰਪਨੀ ਦੇ ਕੰਮ ਆਇਆ। ਜਲੰਧਰ ਵੀ ਇੱਕ ਦਿਨ ਲਈ ਗੇੜਾ ਮਾਰ ਗਿਆ ਸੀ। ਆਇਆ ਕਾਹਦਾ, ਬਸ ਜਿਵੇਂ ਜਹਾਜ਼ੇ ਚੜ੍ਹਿਆ ਆਇਆ ਉਵੇਂ ਹੀ ਸਪੀਡੀ ਤੁਰ ਗਿਆ। ਪਿਛਲੇ 6 ਮਹੀਨਿਆਂ ਵਿੱਚ ਤਾਂ ਫੋਨ 'ਤੇ ਵੀ ਬਹੁਤ ਘੱਟ ਗੱਲ ਹੋਈ ਸੀ। ਜੇ ਹੋਈ ਵੀ ਤਾਂ ਰਸਮੀ ਹਾਏ ਹੈਲੋ ਦੁਆਲੇ ਹੀ ਘੇਰਾ ਘੱਤ ਕੇ ਦਮ ਤੋੜ ਰਹੀ ਸੀ। ਜਸਮੀਤ ਜਰਨੈਲ ਖੁਦ ਬੰਗਲੌਰ ਜਾ ਕੇ ਮਿਲ ਆਉਣ ਦਾ ਪਲਾਨ ਹੀ ਕਰ ਰਹੇ ਸੀ ਕਿ ਇੱਕ ਦਿਨ ਮਹਿਕਦੀਪ ਦਾ ਹੀ ਫੋਨ ਆ ਗਿਆ। ਅੱਜ ਉਹ ਪਹਿਲੀ ਵਾਰ ਵੀਡੀਓ ਕਾਲ 'ਤੇ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ, ਜਸਮੀਤ ਬੋਲੀ, ਵੇ ਕੁਝ ਖਾਂਦਾ ਵੀ ਏ ਕਿ ਕੰਮ ਹੀ ਕਰਦਾ ਰਹਿੰਦਾ? ਆ ਵੇਖ ਤਾਂ ਸਹੀ ਹੜਬਾਂ ਕਿਵੇਂ ਅੰਦਰ ਬੜੀਆਂ ਨੇ। ਕਹੀ ਗੱਲ ਵੱਲ ਬਿਨਾਂ ਧਿਆਨ ਧਰਿਆ ਮਹਿਕਦੀਪ ਬੋਲਿਆ, ਮੋਮ, ਮੈਂ ਜੌਬ ਕੁਇਟ ਕਰ ਰਿਹਾ। ਆਈ ਜਸਟ ਫੀਲਿੰਗ ਬੋਰਡ ਹੀਅਰ। ਮਹਿਕਦੀਪ ਦੇ ਨੌਕਰੀ ਛੱਡਣ ਦੀ ਗੱਲ ਨਾਲ ਕਿਸੇ ਨੂੰ ਅਫਸੋਸ ਤਾਂ ਕੀ ਹੋਣਾ ਸੀ, ਸਗੋਂ ਉਸ ਦੀ ਜੰਗ ਵਿੱਚੋਂ ਪਰਤ ਰਹੇ ਜਰਨੈਲ ਵਾਂਗ ਉਡੀਕ ਹੋਣ ਲੱਗੀ। ਉਹ ਵਾਕਿਆ ਹੀ ਪਰਤ ਆਇਆ ਸੀ, ਪਰ ਪਰਤ ਕਾਹਦਾ ਆਇਆ? ਆਪਣੇ ਕਮਰੇ ਦਾ ਹੀ ਹੋ ਕੇ ਰਹਿ ਗਿਆ। ਲੈਪਟਾਪ ਜਾਂ ਮੋਬਾਈਲ ਹੀ ਉਸ ਦੇ ਅਸਲ ਮਾਂ ਪਿਓ ਜਾਪਦੇ। ਬਿਜੀ ਤੇ ਬਸ ਬਿਜੀ। ਕੰਪਿਊਟਰ 'ਤੇ ਕੰਮ ਕਰਦਿਆਂ ਕਿਸੇ ਵੱਲੋਂ ਝਾਤੀਆਂ ਮਾਰਨਾ ਉਸਨੂੰ ਉਂਝ ਹੀ ਪਸੰਦ ਨਹੀਂ ਸੀ। ਹੋਂ ਹਾਂ ਨਾਲ ਉਹ ਘਰ ਵਿੱਚ ਹਾਜ਼ਰ ਹੋ ਕੇ ਵੀ ਇੱਕ ਤਰ੍ਹਾਂ ਗੈਰ ਹਾਜ਼ਰ ਹੀ ਸੀ। ਇਸੇ ਦੌਰਾਨ ਹੀ ਉਸ ਨੂੰ ਦਿੱਲੀ ਤੇ ਕੇਂਦਰ ਸਰਕਾਰ ਦੇ ਮਹਿਕਮੇ ਵਿੱਚ ਇੰਟਰਵਿਊ ਦੀ ਕਾਲ ਆਈ। ਪੂਰੇ ਉਤਸ਼ਾਹ ਵਿੱਚ ਉਹ ਦਿੱਲੀ ਗਿਆ। ਪਰਤਿਆ ਤਾਂ ਬੜੀ ਦੇਰ ਬਾਅਦ ਉਸ ਦੇ ਕਦਮਾਂ ਵਿੱਚ ਪੁਰਾਣੀ ਟਹਿਕ ਖਿਲਰੀ ਦੀ ਸੀ। ਕੁਝ ਦਿਨ ਇਸ ਟਹਿਕ ਵਿੱਚ ਘਰ ਦੀਵਾਲੀ ਵਾਲਾ ਦਿਨ ਬਣਿਆ ਰਿਹਾ। 5ਵੇਂ ਦਿਨ ਮਹਿਕਦੀਪ ਕੰਪਿਊਟਰ 'ਤੇ ਰੁੱਝਾ ਆਪਣੇ ਕਮਰੇ ਵਿੱਚ ਹੀ ਬੰਬ ਵਾਂਗ ਚੱਲਿਆ।
ਟੋਟਲੀ ਬੁਲਸ਼ਿਟ, ਆਲ ਰਬਿਸ਼, ਫੱਕ ਮਾਈ ਕੰਟਰੀ। ਅਗਲੇ ਬੋਲ ਕਮਰੇ ਦੀਆਂ ਕੰਧਾਂ ਨਾਲ ਟਕਰਾ ਕੇ ਡੂੰਘਾ ਸ਼ੋਰ ਬਣ ਗਏ। ਜਸਮੀਤ ਅਤੇ ਜਰਨੈਲ ਭੱਜ ਕੇ ਕਮਰੇ ਵਿੱਚ ਪਹੁੰਚੇ। ਮਹਿਕਦੀਪ ਦੀਆਂ ਮੁੱਠਾਂ ਭੀਚੀਆਂ ਹੋਈਆਂ ਤੇ ਚਿਹਰਾ ਭਖ ਰਿਹਾ ਸੀ। ਇਉਂ ਜਾਪਿਆ ਜਿਵੇਂ ਉਹ ਮੁੱਕਾ ਮਾਰ ਕੇ ਅਗਲੇ ਹੀ ਪਲ ਲੈਪਟਾਪ ਦੀ ਸਕਰੀਨ ਦੀਆਂ ਕਿਰਚਾਂ ਖਿਲਾਰ ਦੇਵੇਗਾ। ਜਸਮੀਤ ਨੇ ਉਸਦੇ ਵਾਲਾਂ ਵਿੱਚ ਹੱਥ ਫੇਰ ਕੇ ਦੁਲਾਰਿਆ ਤਾਂ ਉਹ ਛੋਟੇ ਜਿਹੇ ਬਾਲ ਵਾਂਗ ਉਸਦੀ ਗੋਦ ਵਿੱਚ ਸਿਰ ਤੁੰਨ ਭੁੱਬਾਂ ਮਾਰ ਮਾਰ ਰੋਣ ਲੱਗ ਪਿਆ। ਕੁਝ ਪਲਾਂ ਲਈ ਜਰਨੈਲ ਨੂੰ ਵੀ ਸਮਝ ਨਾ ਪਈ ਕਿ ਉਹ ਕੀ ਕਰੇ। ਫਿਰ ਉਹ ਕੋਲ ਹੀ ਬੈੱਡ 'ਤੇ ਬੈਠ ਚੁੱਪਚਾਪ ਮਾਂ ਪੁੱਤ ਦੀ ਗੰਗਾ ਜਮਨਾ ਵਿੱਚ ਦੇਰ ਤੱਕ ਡੁੱਬਦਾ ਤੈਰਦਾ ਰਿਹਾ। ਐਸ ਨਦੀ ਨੂੰ ਜਦੋਂ ਵੀ ਵੇਖੀਏ ਬਸ ਰੇਤਾ ਹੀ ਪਿਆ ਦਿਸਦਾ ਅੰਕਲ ਜੀ, ਪਾਣੀ ਤਾਂ ਪਤਾ ਨਹੀਂ ਕਦੋਂ ਆਉਂਦਾ ਹੋਊ। ਡਰਾਈਵਰ ਦੇ ਬੋਲਾਂ ਨੇ ਜਰਨੈਲ ਨੂੰ ਬੀਤੇ ਵਿੱਚੋਂ ਖਿੱਚ ਕੇ ਵਾਪਸ ਲੈ ਆਂਦਾ। ਕਾਰ ਮਾਰਕੰਡਾ ਨਦੀ ਦੇ ਪੁਲ ਉੱਪਰੋਂ ਤੇਜ਼ੀ ਨਾਲ ਲੰਘ ਰਹੀ ਸੀ। ਜਰਨੈਲ ਦਾ ਧਿਆਨ ਨਦੀ ਵਿੱਚ ਦੂਰ ਤੱਕ ਪਸਰੀ ਰੇਤ ਵਿੱਚ ਖੁੱਭ ਗਿਆ। ਕਿਤੇ ਕਿਤੇ ਹਰੇ ਸਲਵਾੜ ਦੇ ਬੂਝੇ ਵੀ ਆਪਣੀ ਹੋਂਦ ਜਤਾਉਂਦੇ ਦਿਸੀ। ਉਹ ਆਪਣੇ ਆਪ ਵਿੱਚ ਪਰਤਿਆ, ਬੇਟਾ ਜੇ ਨਦੀ ਹੈ ਨਾ ਤਾਂ ਪਾਣੀ ਵੀ ਜ਼ਰੂਰ ਹੀ ਆਉਂਦਾ ਹੋਊ। ਅਗਲੇ ਹੀ ਪਲ ਜਰਨੈਲ ਕੁਝ ਯਾਦ ਆ ਜਾਣ ਵਾਂਗ ਅੰਦਰੇ ਅੰਦਰ ਮੁਸਕਰਾਇਆ। ਉਸ ਦੀ ਡੋਰ ਫਿਰ ਮਹਿਕਦੀਪ ਨਾਲ ਜਾ ਜੁੜੀ। ਸਾਡੇ ਹੱਥਾਂ ਵਿੱਚ ਪਲਿਆ, ਸਾਨੂੰ ਹੀ ਚਾਰ ਗਿਆ। ਜੇ ਮੈਂ ਨਹੀਂ ਕੁਝ ਸਮਝ ਸਕਿਆ ਤਾਂ ਜਸਮੀਤ ਮਾਂ ਹੋ ਕੇ ਕਿਹੜਾ ਕੁਝ ਬੁੱਝ ਸਕੀ ਸੀ। ਉਹ ਤਾਂ ਇਸ ਭੁਲੇਖੇ ਵਿੱਚ ਹੀ ਤੁਰੀ ਫਿਰਦੀ ਰਹੀ ਕਿ ਹੌਲੀ ਹੌਲੀ ਸਭ ਠੀਕ ਹੋ ਰਿਹਾ ਹੈ। ਉਸ ਦੀਆਂ ਮੱਲਮਾਂ ਅਸਰ ਕਰ ਰਹੀਆਂ ਨੇ। ਅਜਿਹੀਆਂ ਮੱਲਮਾਂ ਦਾ ਉਹ ਕੋਈ ਮੌਕਾ ਖੁਝਾਉਂਦੀ ਵੀ ਤਾਂ ਨਹੀਂ ਸੀ। ਪਹਿਲਾਂ ਤੋਂ ਵੀ ਜ਼ਿਆਦਾ ਖਾਮੋਸ਼ੀ ਵਿੱਚ ਲੱਥ ਗਏ ਮਹਿਕਦੀਪ ਦੇ ਵਾਲਾਂ ਵਿੱਚ ਹੱਥ ਫੇਰਦਿਆਂ ਅਕਸਰ ਕਿੰਨੇ ਪਿਆਰ ਨਾਲ ਬਾਹਰ ਕੱਢਣ ਦਾ ਯਤਨ ਕਰਦੀ, ਬੇਟੇ ਜੋਬ ਤਾਂ ਹੁਣ ਰਹੀਆਂ ਹੀ ਨਹੀਂ, ਜਨਰਲ ਲਈ ਤਾਂ ਬਿਲਕੁਲ ਹੀ ਨਹੀਂ। ਫਿਰ ਉਹ ਹੋਰ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰਦੀ। ਤੂੰ ਐਵੇਂ ਦਿਲ ਛੋਟਾ ਨਾ ਕਰਿਆ ਕਰ। ਤੂੰ ਦੱਸ ਆਪਾਂ ਨੂੰ ਕਿਹੜੀ ਗੱਲ ਦਾ ਘਾਟਾ। ਬੇਟਾ ਟਰਾਈ ਯੋਰ ਲੱਕ ਇਨ ਟ੍ਰੇਡਿੰਗ। ਹੌਲੀ ਹੌਲੀ ਮਹਿਕਦੀਪ ਵਿੱਚ ਪੁਰਾਣੀ ਟਹਿਕ ਪਰਤਦੀ ਦਿਸੀ ਤਾਂ ਘਰ ਵਿੱਚ ਇੱਕ ਵਾਰ ਫੇਰ ਹੁਲਾਰਾ ਜਿਹਾ ਆ ਗਿਆ। ਉਹ ਜਰਨੈਲ ਨਾਲ ਵੀ ਹੱਸਣ ਲੱਗ ਪਿਆ। ਪੁਰਾਣੇ ਦੋਸਤਾਂ ਨਾਲ ਵੀ ਗਟਰ ਮਟਰ ਅਨਲੌਕ ਹੋ ਗਈ। ਕੁਝ ਦਿਨਾਂ ਬਾਅਦ ਉਹਨਾਂ ਕੰਮਾਂ ਦੀਆਂ ਸਲਾਹਾਂ ਦੇਣ ਲੱਗ ਪਿਆ ਜਿਨ੍ਹਾਂ ਤੋਂ ਕਦੇ ਹੇਠ ਕਰਨ ਦੀ ਗੱਲ ਕਿਹਾ ਕਰਦਾ ਸੀ। ਜਰਨੈਲ ਤਾਂ ਉਸ ਦਿਨ ਹੈਰਾਨ ਹੋ ਕੇ ਕਿੰਨਾ ਚਿਰ ਉਸ ਦੇ ਮੂੰਹ ਵੱਲ ਵੇਖਦਾ ਹੀ ਰਿਹਾ ਜਿਸ ਦਿਨ ਉਸ ਕਿਹਾ, ਡੈਡ ਘਰ 'ਚ ਲਾਨ ਰੱਖਣ ਦਾ ਕੀ ਪਰਪਸ ਜੇ ਫੁੱਲ ਹੀ ਨਹੀਂ ਪਲਾਂਟ ਕਰਨੇ। ਮਹਿਕਦੀਪ ਨੇ ਇਸ ਤੋਂ ਪਹਿਲਾਂ ਕਦੇ ਚੱਜ ਨਾਲ ਫੁੱਲਾਂ ਵੱਲ ਝਾਕ ਕੇ ਵੀ ਨਹੀਂ ਸੀ ਵੇਖਿਆ। ਇਸ ਪੱਖੋਂ ਉਹ ਜਮਾਂ ਹੀ ਜਸਮੀਤ ਵਰਗਾ ਸੀ। ਗੱਲ ਸੁਣ ਜਰਨੈਲ ਸੱਚਮੁੱਚ ਹੀ ਖਿੜ ਗਿਆ। ਅਗਲੇ ਹੀ ਪਲ ਪਿਓ ਪੁੱਤ ਨਰਸਰੀ ਜਾ ਪਹੁੰਚੇ। ਮਹਿਕਦੀਪ ਨਰਸਰੀ ਦੇ ਭਾਂਤ ਸੁਭਾਂਤੇ ਫੁੱਲਾਂ ਦਾ ਜਾਇਜ਼ਾ ਲੈਣ ਲੱਗ ਪਿਆ। ਜਰਨੈਲ ਪਨੀਰੀ ਪੁੱਟ ਦੇ ਮਾਲੀ ਨੂੰ ਗੌਰ ਨਾਲ ਵੇਖਣ ਲੱਗ ਪਿਆ। ਕਿੰਨੇ ਪਿਆਰ ਤੇ ਸਟੱਜ ਨਾਲ ਉਸਨੇ ਥੋੜ੍ਹੀ ਜਿਹੀ ਥਾਂ ਵਿੱਚ ਬਹਾਰ ਖੜਾਈ ਪਈ ਸੀ। ਖਿੜਨ ਦੀਆਂ ਬਰੂਹਾਂ 'ਤੇ ਖੜੀ ਪਨੀਰੀ ਉਹ ਕਿੰਨੇ ਪਿਆਰ ਨਾਲ ਪੁੱਟ ਕਾਗਜ਼ 'ਤੇ ਪੋਲੇ ਪੋਲੇ ਟਿਕਾ ਰਿਹਾ ਸੀ। ਮਾਲੀ ਨੂੰ ਪੂਰੇ ਮਗਨ ਹੋ ਕੇ ਕੰਮੀ ਰੁੱਝਾ ਤੱਕ ਜਰਨੈਲ ਅੰਦਰੋਂ ਲਹਿਰ ਜਿਹੀ ਉੱਠੀ, ਵਾਹ ਓਏ ਬੰਦਿਆ ਤੇਰੀ ਕਿਸਮਤ, ਪਨੀਰੀ ਤੂੰ ਤਿਆਰ ਕਰਦਾ ਤੇ ਜਦ ਫੁੱਲ ਖਿੜਨ ਦੀ ਰੁੱਤ ਆਉਂਦੀ ਪੁੱਟ ਕੇ ਦੂਜਿਆਂ ਨੂੰ ਦੇ ਦਿੰਦਾ। ਪਨੀਰੀ ਦਾ ਲਿਫਾਫਾ ਫੜਦਿਆਂ ਹੀ ਉਸ ਅੰਦਰ ਸਵਾਲਾਂ ਜਵਾਬਾਂ ਦੀ ਕਿਣਮਣ ਹੋਣ ਲੱਗੀ। ਕਰੇ ਵੀ ਕੀ ਵਿਚਾਰਾ, ਪੁੱਟ ਕੇ ਨਾ ਦੇਵੇ ਤਾਂ ਫਿਰ ਗੁਜ਼ਾਰਾ ਕਿਵੇਂ ਚੱਲੇ। ਐਨੀ ਕੁ ਥਾਂ ਵਿੱਚ ਉਂਝ ਵੀ ਕਿੰਨੇ ਕੁ ਫੁੱਲ ਖਿੜ ਸਕਦੇ ਨੇ। ਘਰ ਲਿਆਂਦੀ ਪਨੀਰੀ ਨੂੰ ਮਾਲੀ ਦੇ ਨਾਲ ਮਿਲ ਕੇ ਮਹਿਕਦੀਪ ਨੇ ਪੂਰੇ ਜੋਸ਼ ਨਾਲ ਜਰਨੈਲ ਤੋਂ ਵੀ ਅੱਗੇ ਹੋ ਕੇ ਲਵਾਇਆ। ਪੂਰੀ ਆਪਣੀ ਪਲੈਨਿੰਗ ਅਨੁਸਾਰ ਜਰਨੈਲ ਨੂੰ ਬਦਲਿਆ ਬਦਲਿਆ ਮਹਿਕਦੀਪ ਪਿਆਰਾ ਪਿਆਰਾ ਲੱਗਾ। ਮਹਿਕਦੀਪ ਨੇ ਫੁੱਲ ਕਾਹਦੇ ਲਗਾਏ ਸਨ, ਜਰਨੈਲ ਨੂੰ ਤਾਂ ਜਿਵੇਂ ਇਹਨਾਂ ਦਾ ਝੱਲ ਜਿਹਾ ਹੀ ਉੱਠ ਖਲੋਇਆ ਹੋਵੇ। ਹਰ ਆਏ ਗਏ ਨੂੰ ਫੁੱਲਾਂ ਦੀਆਂ ਗੱਲਾਂ ਇਵੇਂ ਕਰ ਕਰ ਸੁਣਾਉਂਦਾ ਜਿਵੇਂ ਅਗਲਾ ਪਹਿਲੀ ਵਾਰ ਇਹ ਸਭ ਵੇਖ ਰਿਹਾ ਹੋਵੇ। ਹੋਰ ਤਾਂ ਹੋਰ ਉਹ ਤਾਂ ਪਿੰਡੋਂ ਠੇਕਾ ਦੇਣ ਆਏ ਚਾਚੇ ਦੇ ਪੁੱਤ ਨਛੱਤਰ ਅੱਗੇ ਵੀ ਇਹਨਾਂ ਦੀਆਂ ਗੱਲਾਂ ਹੀ ਕਰੀ ਗਿਆ। ਲੰਮੀ ਚੌੜੀ ਫੁੱਲ ਗਾਥਾ ਤੋਂ ਅੱਕਿਆ ਜਾਪਦਾ ਨਛੱਤਰ ਬੋਲਿਆ, ਪ੍ਰੋਫੈਸਰ ਸਾਹਿਬ ਪਿੰਡ ਵੀ ਆਪਾਂ 2 ਏਕੜ 'ਚ ਫੁੱਲਾਂ ਦੀ ਫਸਲ ਬੀਜੀ ਹੈ, ਮਾਰਿਓ ਕਦੇ ਗੇੜਾ। ਪਰ ਕਾਹਨੂੰ, ਜਰਨੈਲ ਤਾਂ ਕਿਤੇ ਹੋਰ ਹੀ ਮੰਡਲਾਂ 'ਚ ਤੈਰ ਰਿਹਾ ਸੀ। ਸ਼ੌਂਕ ਨਾਲ ਪਾਲੇ ਫੁੱਲਾਂ 'ਤੇ ਵੇਚਣ ਲਈ ਬੀਜੇ ਫੁੱਲਾਂ 'ਚ ਫਰਕ ਹੁੰਦਾ ਹੈ।
ਕਿਹਾ ਤਾਂ ਜਰਨੈਲ ਨੇ ਨਛੱਤਰ ਨੂੰ, ਪਰ ਉਸ ਨੂੰ ਜਾਪਿਆ ਜਿਵੇਂ ਉਹ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ। ਗੱਲ ਸੁਣ ਨਛੱਤਰ ਚੁੱਪ ਜਿਹਾ ਕਰ ਗਿਆ। ਜਰਨੈਲ ਨੇ ਹੀ ਚੁੱਪ ਨੂੰ ਤੋੜਿਆ। ਹੋਰ ਸੁਣਾ ਪਿੰਡ ਦਾ ਹਾਲ ਚਾਲ। ਅਗਲੀ ਪੀੜ੍ਹੀ ਨਹੀਂ ਖੇਤੀ ਕਰਦੀ ਦਿਸਦੀ। ਇਹ ਬਸ ਸਾਡੇ ਨਾਲ ਹੀ ਹੈ, ਸਭ ਬਾਹਰ ਜਾਣਾ ਚਾਹੁੰਦੇ ਹੈ। ਸਾਰਾ ਪਿੰਡ ਖਾਲੀ ਹੋਇਆ ਪਿਆ। ਮੁੰਡੇ ਤਾਂ ਮੁੰਡੇ, ਕੁੜੀਆਂ ਉਹਨਾਂ ਤੋਂ ਵੀ ਕਾਹਲੀਆਂ ਹੋਈਆਂ ਪਈਆਂ। ਨਛੱਤਰ ਦੀਆਂ ਗੱਲਾਂ ਸੁਣ ਪਤਾ ਨਹੀਂ ਕਿਉਂ ਜਰਨੈਲ ਨੂੰ ਆਪਣੇ ਅੰਦਰ ਕੁਝ ਉਖੜਦਾ ਜਾਪਿਆ। ਵੈਸੇ ਘਰ ਵਿੱਚ ਹੁਣ ਪੂਰਾ ਟਿਕਟਕਾ ਸੀ। ਇੱਧਰ ਜਰਨੈਲ ਆਪਣੇ ਫੁੱਲ ਖਿੜਾ ਰਿਹਾ ਸੀ ਅਤੇ ਉੱਧਰ ਜਸਮੀਤ ਆਪਣੀ ਪਲੈਨਿੰਗ ਵਿੱਚ ਜੁਟ ਗਈ। ਬਿਨਾਂ ਕਿਸੇ ਨੂੰ ਦੱਸਿਆਂ ਸਭ ਅਖਬਾਰਾਂ ਵਿੱਚ ਮੈਟਰੀਮੋਨੀਅਲ ਦੇ ਆਈ। ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲਿਆ। ਕੁਝ ਕੁ ਰਿਸ਼ਤੇ ਉਸ ਟਿਕ ਕਰ ਲਏ। ਬਸ ਹੁਣ ਇਹ ਸੀਕਰਟ ਸਭ ਨਾਲ ਸਾਂਝਾ ਹੋਣਾ ਬਾਕੀ ਸੀ। ਉਹ ਅੰਦਰੋਂ ਅੰਦਰ ਇੱਕ ਨਸ਼ੇ ਜਿਹੇ ਵਿੱਚ ਭਰੀ ਘਰ ਵਿੱਚ ਉੱਡੀ ਫਿਰਦੀ, ਪਰ ਇੱਕ ਪੀਲੇ ਜਿਹੇ ਲਿਫਾਫੇ ਨੇ ਉਸ ਨੂੰ ਅਚਾਨਕ ਧਰਤੀ 'ਤੇ ਪਟਕਾ ਮਾਰਿਆ। ਲਿਫਾਫੇ ਨੂੰ ਕੌਫੀ ਟੇਬਲ 'ਤੇ ਸੁੱਟਦਿਆਂ ਮਹਿਕਦੀਪ ਨੇ ਕਿਸੇ ਜੇਤੂ ਵਾਂਗ ਸੱਜਾ ਮੁੱਠਾ ਹਵਾ ਵਿੱਚ ਲਹਿਰਾਇਆ। ਮੌਮ, ਡੈਡ, ਕੈਨੇਡੀਅਨ ਅੰਬੈਸੀ ਇੰਪਰੂਵਡ PR ਐਪਲੀਕੇਸ਼ਨ। ਕੀ? ਜਸਮੀਤ ਦੇ ਮੂੰਹੋਂ ਇਹੋ ਬੋਲ ਨਿਕਲਿਆ ਅਤੇ ਡਰਾਇੰਗ ਰੂਮ ਵਿੱਚ ਡੂੰਘੀ ਖਾਮੋਸ਼ੀ ਤਣ ਗਈ। ਖਾਮੋਸ਼ੀ ਅਸਹਿ ਹੋ ਗਈ ਤਾਂ ਜਰਨੈਲ ਨੇ ਹੈਰਾਨੀ ਵਿੱਚ ਅੱਖਾਂ ਟੱਟਦਿਆਂ ਗੱਲ ਤੋਰੀ। ਐਡਾ ਵੱਡਾ ਫੈਸਲਾ ਅਤੇ ਐਡਾ ਵੱਡਾ ਸੀਕਰੇਟ। ਸ਼ਾਬਾਸ਼ ਪੁੱਤ, ਹੁਣ ਤੂੰ ਏਡਾ ਵੱਡਾ ਹੋ ਗਿਆ। ਏਡੇ ਫੈਸਲੇ ਕਰੇ ਅਤੇ ਸਾਨੂੰ ਪੁੱਛਣ ਦੀ ਲੋੜ ਵੀ ਨਾ ਸਮਝੇ। ਜਸਮੀਤ ਚੀਕਣ ਵਾਂਗ ਬੋਲੀ। ਮਹਿਕਦੀਪ ਤੇਜ਼ੀ ਨਾਲ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਠਾਹ ਕਰਕੇ ਬੰਦ ਹੋਏ ਦਰਵਾਜ਼ੇ ਨੇ ਘਰ ਵਿੱਚ ਭੁਚਾਲ ਲਿਆ ਦਿੱਤਾ। ਦੋਨਾਂ ਦੇ ਤਰਲਿਆਂ ਨਾਲ ਕਮਰਾ ਤਾਂ ਅੱਧੇ ਘੰਟੇ ਬਾਅਦ ਖੁੱਲ੍ਹ ਗਿਆ, ਪਰ ਇਹ ਅੱਧਾ ਘੰਟਾ ਦੋਨਾਂ ਲਈ ਅੱਧੀ ਸਦੀ ਸੂਲੀ 'ਤੇ ਲਟਕਣ ਵਾਂਗ ਬੀਤਿਆ। ਕੁਝ ਦਿਨਾਂ ਬਾਅਦ ਉਖੜੀ ਜ਼ਿੰਦਗੀ ਫੇਰ ਲੀਹ 'ਤੇ ਆਉਣ ਲੱਗ ਪਈ। ਜਰਨੈਲ ਨੇ ਖੁਦ ਹੀ ਘਰ ਵਿਚਲੀ ਖਾਮੋਸ਼ ਉਦਾਸੀ ਦੀ ਡੂੰਘੀ ਪਰਤ ਵਿੱਚ ਮਘੋਰੇ ਕਰਨ ਲਈ ਤਰਕੀਬਾਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕੈਨੇਡਾ ਦੇ ਕੈਲਗਰੀ ਰਹਿੰਦੇ ਆਪਣੇ MPhil ਵੇਲੇ ਦੇ ਸ਼ਾਇਰ ਮਿੱਤਰ ਦਵਿੰਦਰ ਦੀਵਾਨਾ ਨਾਲ ਫੇਸਬੁੱਕ 'ਤੇ ਸੰਪਰਕ ਬਣਾਇਆ। ਮਹਿਕਦੀਪ ਨੇ ਵੀ ਤਾਂ ਉੱਥੇ ਹੀ ਪਹੁੰਚਣਾ ਸੀ। ਪਿਓ ਹੋਣ ਦੇ ਨਾਤੇ ਪੁੱਤ ਲਈ ਰਹਿਣ ਟਿਕਾਣੇ ਦਾ ਫਿਕਰ ਜਾਗ ਗਿਆ। ਦੀਵਾਨੇ ਤੋਂ ਉੱਥੋਂ ਦੇ ਸਿਸਟਮ ਬਾਰੇ ਜਾਣਕਾਰੀ ਲੈਣ ਲਈ ਗੱਲ ਤੋਰੀ ਤਾਂ ਜਾਪਿਆ ਜਿਵੇਂ ਉਹ ਜਰਨੈਲ ਵਰਗੀ ਰੂਹ ਨੂੰ ਹੀ ਲੰਮੇ ਸਮੇਂ ਤੋਂ ਉਡੀਕ ਰਿਹਾ ਹੋਵੇ। ਉਸਨੇ ਕੈਨੇਡਾ ਵਿੱਚੋਂ 25 ਸਾਲ 'ਚ ਕਮਾਈ ਸਿਆਣਪ ਦੀ ਪੋਟਲੀ ਖੋਲ੍ਹ ਦਿੱਤੀ। ਸਰਮਾਏਦਾਰੀ ਤਾਂ ਹਰ ਥਾਂ ਬੰਦਾ ਚਟਮ ਕਰ ਜਾਣ ਲਈ ਮੂੰਹ ਅੱਡੀ ਖੜੀ ਹੈ। ਤੁਹਾਡੀ ਨੇ ਮੈਨੂੰ ਧੱਕੇ ਮਾਰ ਕੇ ਕੱਢਿਆ ਅਤੇ ਇੱਧਰਲੀ ਨੇ ਅਜਿਹਾ ਜਾਲ ਬੁਣਿਆ ਕਿ ਉਦੋਂ ਸੁਰਤ ਆਈ ਜਦੋਂ ਜਵਾਨੀ ਹੜੱਪੀ ਗਈ। ਫਿਰ ਫੈਸਲਾ ਕੀ ਲਿਆ ਜਾਵੇ? ਜਰਨੈਲ ਨੂੰ ਅਜੇ ਵੀ ਗੱਲ ਦਾ ਸਿਰਾ ਨਹੀਂ ਸੀ ਲੱਭਾ। ਬੱਚਿਆਂ ਦੀ ਆਪਣੀ ਜ਼ਿੰਦਗੀ ਹੈ, ਆਪਣੇ ਸੁਪਨੇ। ਜਿਸ ਗੱਲ 'ਚ ਉਹਨਾਂ ਦੀ ਖੁਸ਼ੀ ਉਸੇ 'ਚ ਆਪਣੀ। ਕੁਝ ਰੁਕ ਕੇ ਉਹ ਫਿਰ ਬੋਲਿਆ, ਬਾਕੀ ਮਿੱਤਰਾ ਧਰਤੀ ਉਹ ਜਿੱਥੇ ਰੱਜਵੀਂ ਰੋਟੀ ਮਿਲੇ ਅਤੇ ਰੂਹ ਦਾ ਪੰਛੀ ਚਹਿਚਹਾਏ। ਗੱਲ ਕਰਦਿਆਂ ਦੀਵਾਨੇ ਅੰਦਰਲਾ ਸ਼ਾਇਰ ਮੱਘ ਪਿਆ। ਦੀਵਾਨੇ ਨਾਲ ਗੱਲਾਂ ਕਰਕੇ ਜਰਨੈਲ ਨੂੰ ਇਉਂ ਜਾਪਿਆ ਜਿਵੇਂ ਉਲਝੀਆਂ ਤੰਦਾਂ ਦੇ ਕੁਝ ਸਿਰੇ ਉਸ ਦੀ ਮੁੱਠੀ ਵਿੱਚ ਆ ਗਏ ਹੋਣ। ਅਜਿਹੇ ਸਿਰਿਆਂ ਨੂੰ ਫੜਦਿਆਂ ਹੀ ਇੱਕ ਰਾਤ ਉਹ ਜਸਮੀਤ ਸਾਹਮਣੇ ਖੜ੍ਹਾ ਸੀ। BP ਦੀ ਗੋਲੀ ਜਸਮੀਤ ਨੂੰ ਫੜਾਉਂਦਿਆਂ ਹੀ ਉਸ ਦੇ ਹੱਥ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਘੁੱਟ ਲਿਆ। ਜੱਸੀ, ਆਪਾਂ ਨੂੰ ਮਹਿਕ ਦੀ ਖੁਸ਼ੀ ਵਿੱਚ ਹੀ ਖੁਸ਼ ਰਹਿਣਾ ਚਾਹੀਦਾ। ਪਤਾ ਨਹੀਂ ਇਹ ਜਰਨੈਲ ਦੀ ਗੱਲ ਦਾ ਜਾਦੂ ਸੀ ਜਾਂ ਜਸਮੀਤ ਵੀ ਇਵੇਂ ਹੀ ਸੋਚਦੀ ਸੀ। ਫੇਰ ਸਭ ਤਿਆਰੀਆਂ ਵਿੱਚ ਉਹ ਜਰਨੈਲ ਤੋਂ ਵੀ ਮੂਹਰੇ ਹੋ ਕੇ ਜੁਟ ਗਈ। ਇੱਕ ਚੀਜ਼ ਉਸ ਆਪ ਆਪਣੇ ਹੱਥੀਂ ਬੈਗਾਂ ਵਿੱਚ ਟਿਕਾਈ। ਆਖਰੀ ਬੈਗ ਦਾ ਜਿੱਪਰ ਚੜ੍ਹਾਉਂਦੀ ਜਸਮੀਤ ਨੂੰ ਮਹਿਕਦੀਪ ਨੇ ਅਚਾਨਕ ਸਟਾਪ ਮੋਮ ਕਹਿ ਕੇ ਰੋਕ ਦਿੱਤਾ। ਕੰਧ 'ਤੇ ਲੱਗੀ ਆਪਣੀ ਤਾਜ਼ਾ ਫੋਟੋ ਨੂੰ ਫੁਰਤੀ ਨਾਲ ਉਤਾਰ ਕੇ ਉਸ ਮੋਮ ਵੱਲ ਵਧਾਇਆ। ਜਸਮੀਤ ਟੁੱਟ ਕੇ ਪਈ। ਬੌਂਤਰ ਜਿੱਡਾ ਹੋ ਗਿਆ, ਅਕਲ ਅਜੇ ਧੇਲੇ ਦੀ ਨਹੀਂ ਆਈ। ਫੋਟੋ ਨੂੰ ਹਿੱਕ ਨਾਲ ਲਾਉਂਦਿਆਂ ਚੁੰਨੀ ਨਾਲ ਉਸ ਨੂੰ ਸਾਫ਼ ਕਰਨ ਲੱਗ ਪਈ। ਦੇਰ ਰਾਤ ਜਰਨੈਲ ਦੀ ਅੱਖ ਖੁੱਲ੍ਹੀ ਤਾਂ ਜਸਮੀਤ ਨੂੰ ਮਹਿਕਦੀਪ ਦੀ ਫੋਟੋ ਨੂੰ ਗੋਦੀ 'ਚ ਰੱਖ ਝਿਲਮਿਲ ਝੀਲ ਬਣੀ ਤੱਕਿਆ।
ਜਰਨੈਲ ਨੇ ਫੋਟੋ ਨੂੰ ਪਰਾਂ ਧੱਕਦਿਆਂ ਉਸ ਨੂੰ ਕਲਾਵੇ ਵਿੱਚ ਭਰ ਲਿਆ। ਹਿੱਕ ਨਾਲ ਸਿਰ ਜੋੜੀ ਉਹ ਮੁੜ ਫਿੱਸ ਪਈ। ਭਲਾ ਮਹਿਕ ਨੂੰ ਸਾਡੀ ਫੋਟੋ ਨਹੀਂ ਸੀ ਚੂਜ਼ ਕਰਨੀ ਚਾਹੀਦੀ? ਜਰਨੈਲ ਦਾ ਅੰਦਰੋਂ ਰੁੱਗ ਜਿਹਾ ਭਰਿਆ ਗਿਆ। ਦੂਜੇ ਹੀ ਪਲ ਉਹ ਸੰਭਲਿਆ। ਆਪਾਂ ਮਹਿਕ ਨੂੰ ਖੁਸ਼ੀ ਸੀ ਆਫ ਕਰਨਾ, ਪ੍ਰੋਮਿਸ। ਕੁਝ ਵਕਫੇ ਬਾਅਦ ਹਿੱਕ ਤੇ ਸਿਰ ਦੀ ਹੌਲੀ ਜਿਹੀ ਹਰਕਤ ਹੋਈ। ਧੂੜਾਂ ਉਡਾਉਂਦੀ ਜਾਂਦੀ ਕਾਰ ਦੀਆਂ ਜ਼ੋਰਦਾਰ ਬ੍ਰੇਕਾਂ ਲੱਗੀਆਂ। ਜਰਨੈਲ ਨੇ ਤਿੱਖਾ ਝਟਕਾ ਮਹਿਸੂਸ ਕੀਤਾ। ਉਸ ਦੀ ਸੁਰਤੀ ਖਿੰਡ ਗਈ। ਜਸਮੀਤ ਦਾ ਸਿਰ ਅਗਲੀ ਸੀਟ ਨਾਲ ਟਕਰਾਉਂਦੇ ਬਚਿਆ। ਦੋਨੋਂ ਡੌਰ ਭੌਰ ਆਸ-ਪਾਸ ਵੇਖਣ ਲੱਗੇ। ਕਾਰ ਸਾਹਮਣੇ ਹਾਈਵੇ 'ਤੇ ਅਚਾਨਕ ਅਵਾਰਾ ਘੁੰਮਦੀ ਗਾਂ ਕਿੱਧਰੋਂ ਆ ਗਈ। ਡਰਾਈਵਰ ਨੇ ਹਵਾ ਵਿੱਚ ਗਾਲ ਦਾ ਫਾਇਰ ਕੀਤਾ। ਮੱਥੇ 'ਤੇ ਤਿਉੜੀਆਂ ਚੜ੍ਹ ਗਈਆਂ। ਜਰਨੈਲ ਲਈ ਇਹ ਸਭ ਹੈਰਾਨੀ ਭਰਿਆ ਸੀ ਕਿ ਤਿਉੜੀਆਂ ਚੜ੍ਹਾਉਣ ਵਾਲਾ ਕੁਝ ਮਿੰਟਾਂ ਵਿੱਚ ਹੀ ਪਹਿਲਾਂ ਵਾਂਗ ਮੁੜ ਗੱਡੀ ਚਲਾਉਣ ਲੱਗ ਪਿਆ ਸੀ। ਕਾਰ ਛੇਤੀ ਹੀ ਰਾਜਪੁਰੇ ਦੇ ਈਗਲ ਮੋਟਲ ਜਾ ਰੁਕੀ। ਦੋਨੋਂ ਖਾਣ ਤੋਂ ਵੱਧ ਘਰ ਪਹੁੰਚਣ ਦੀ ਇੱਛਾ ਨਾਲ ਭਰੇ ਹੋਏ ਸਨ। ਜਲੰਧਰ ਦੇ PAP ਚੌਂਕ ਦੀਆਂ ਲਾਈਟਾਂ ਵੇਖਦਿਆਂ ਹੀ ਜਸਮੀਤ ਨੇ ਸਭ ਕੁਝ ਸਮੇਟਣਾ ਸ਼ੁਰੂ ਕਰ ਦਿੱਤਾ। ਵਾਪਸੀ ਲਈ ਕਾਰ ਨੂੰ ਮੋੜਨ ਲੱਗਿਆਂ ਡਰਾਈਵਰ ਮੁੰਡਾ ਬੋਲਿਆ, ਵਧਾਈ ਹੋਵੇ ਅੰਕਲ ਜੀ। ਆਂਟੀ ਜੀ, ਮੈਂ 2 ਵਾਰ ਟਰਾਈ ਕੀਤਾ। ਕਿਸਮਤਾਂ ਵਾਲਿਆਂ ਦੇ ਬਣਦੇ ਕਨੇਡਾ ਵਾਲੇ ਕੰਮ। ਮੁੰਡੇ ਨੂੰ ਸ਼ਾਇਦ ਵਧਾਈ ਮਿਲਣ ਦੀ ਆਸ ਸੀ, ਪਰ ਉਹ ਦੋਨੋਂ ਡਰਾਈਵਰ ਮੁੰਡੇ ਦੇ ਮੂੰਹ ਵੱਲ ਵੇਖਣ ਲੱਗ ਪਏ। ਅੰਦਰ ਵੜਦਿਆਂ ਹੀ ਜਸਮੀਤ ਸਿੱਧੀ ਬੈੱਡਰੂਮ ਵਿੱਚ ਗਈ। ਮਹਿਕਦੀਪ ਦੀ ਬੈੱਡ ਦੀ ਢੋਅ 'ਤੇ ਪਈ ਫੋਟੋ ਨੂੰ ਚੁੱਕਿਆ ਤੇ ਕੰਧ ਉੱਤੇ ਬੈੱਡ ਦੇ ਬਿਲਕੁਲ ਸਾਹਮਣੇ ਟੰਗ ਦਿੱਤਾ। ਫਰੈਸ਼ ਹੋ ਕੇ ਲੌਬੀ ਵਿੱਚ ਚਾਹ ਪੀਣ ਲੱਗੇ ਤਾਂ ਦੋਨੋਂ ਕਿੰਨਾ ਚਿਰ ਚੁੱਪ-ਚਾਪ ਇੱਕ ਦੂਜੇ ਵੱਲ ਤੱਕਦੇ ਰਹੇ, ਇਵੇਂ ਜਿਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚੋਂ ਗੁਆਚੇ ਮਹਿਕਦੀਪ ਨੂੰ ਲੱਭ ਰਹੇ ਹੋਣ। ਕੁਝ ਲੱਭਣ ਵਾਂਗ ਉੱਠ ਕੇ ਮਹਿਕਦੀਪ ਦੇ ਕਮਰੇ ਵਿੱਚ ਆ ਗਏ। ਸਟੱਡੀ ਟੇਬਲ ਦੇ ਉੱਪਰ ਕਰਕੇ ਕਿਤਾਬਾਂ ਦੇ ਰੈਕ ਵਿੱਚ ਲਗਾਏ ਪੋਸਟਰ ਨੇ ਦੋਨਾਂ ਦਾ ਧਿਆਨ ਖਿੱਚ ਲਿਆ। ਸਕਸੈਸ ਡਜ਼ ਨਾਟ ਕਮ ਟੂ ਯੂ, ਯੂ ਗੋ ਟੂ ਇਟ, ਤੇ ਸ਼ਬਦ ਚਮਕਣ ਲੱਗੇ। ਜਸਮੀਤ ਨੇ ਆਪ ਹੀ ਤਾਂ ਇਹ ਪੋਸਟਰ ਮਹਿਕਦੀਪ ਦੀ 11ਵੀਂ ਕਲਾਸ ਦੇ ਸ਼ੁਰੂ ਹੁੰਦਿਆਂ ਹੀ ਇੱਥੇ ਚਿਪਕਾਇਆ ਸੀ। ਦੁਬਾਰਾ ਲੌਬੀ ਵਿੱਚ ਆ ਕੇ ਬੈਠ ਗਏ। ਵਿਆਹ ਦੀ 20ਵੀਂ ਸਾਲਗਿਰਹ ਮੌਕੇ ਮਹਿਕਦੀਪ ਵੱਲੋਂ ਉਚੇਚਾ ਤਿਆਰ ਕਰਵਾਈ ਫੋਟੋ ਦੇ ਹੇਠਾਂ ਉੱਕਰੇ ਲਵ ਯੂ ਮੋਮ, ਲਵ ਯੂ ਡੈਡ, ਤੇ ਦੋਨਾਂ ਦੀਆਂ ਅੱਖਾਂ ਅਟਕ ਗਈਆਂ। ਕੋਲ ਹੀ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਾਲੀ ਕਲਾਕ੍ਰਿਤੀ ਟੰਗੀ ਹੋਈ ਸੀ। ਛੱਤੇ 'ਤੇ ਮੋਟਾ ਕਰਕੇ ਉੱਕਰੇ ਹੋਮ ਸਵੀਟ ਹੋਮ ਵੱਲ ਵੇਖਦਿਆਂ ਹੀ ਦੋਨਾਂ ਦੇ ਚਿਹਰਿਆਂ 'ਤੇ ਪੀੜ ਪਰੁੱਤੀ ਮੁਸਕਾਨ ਉੱਭਰ ਆਈ। ਤਾਜ਼ਾ ਦਮ ਹੋਣ ਲਈ ਬਾਹਰ ਲਾਨ ਵਿੱਚ ਆ ਕੇ ਬੈਠ ਗਏ। ਅੰਬ ਦੇ ਬੂਟੇ 'ਤੇ ਹੋਈ ਹਿੱਲ-ਜੁੱਲ ਨੇ ਦੋਨਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਚਿੜੀ ਚੋਗਾ ਚੁੱਕ ਕੇ ਆਲ੍ਹਣੇ ਵਿੱਚ ਪਰਤੀ ਸੀ। ਵੋਟਾਂ ਦੀ ਚਹਿ-ਛਾਟ ਨਾਲ ਆਲਾ-ਦੁਆਲਾ ਭਰ ਗਿਆ। ਜਸਮੀਤ ਇੱਕਦਮ ਕੁਰਸੀ ਤੋਂ ਉੱਠ ਕੇ ਕਿਆਰੀ ਕੋਲ ਜਾ ਪਹੁੰਚੀ। ਫੁੱਲਾਂ ਨੂੰ ਗੌਰ ਨਾਲ ਤੱਕਦਿਆਂ ਡੂੰਘਾ ਸਾਹ ਭਰ ਕੇ ਬੋਲੀ, ਆਹ ਵੇਖੋ ਆਪਣੇ ਮਹਿਕ ਦੇ ਫੁੱਲ। ਪਾਣੀ ਦੀ ਕਿਸੇ ਨੂੰ ਫਿਕਰ ਹੀ ਨਹੀਂ ਲੱਗਦੀ। ਕਿਵੇਂ ਸਿਰ ਸਿੱਟ ਗਏ ਨੇ ਸਾਰੇ। ਫੁਰਤੀ ਨਾਲ ਉਸ ਕੋਲ ਪਈ ਨਾਲੀ ਨੂੰ ਖਿੱਚਿਆ ਤੇ ਫੁੱਲਾਂ ਉੱਪਰ ਪਾਣੀ ਦੀ ਫੁਹਾਰ ਬਣਾ ਕੇ ਪਾਉਣ ਲੱਗੀ। ਜਰਨੈਲ ਚੁੱਪ-ਚਾਪ ਪਿੱਛੋਂ ਨਾਲੀ ਨੂੰ ਪਏ ਵੱਟਾਂ ਨੂੰ ਕਰੀਨੇ ਨਾਲ ਸਿੱਧਿਆਂ ਕਰਨ ਵਿੱਚ ਜੁਟ ਗਿਆ।